नमस्कार। देश दुनिया च एसडीटी प्राइम देख रहे सारे दर्शकों का स्वागत। मैं हाँ शमी डाबरा ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। दोस्तों लैके हाजिर होए हैं प्रोग्राम इनसाइड खबर। सब तो पहला क्योंकि दिवाली तो बाद साडा पहला प्रोग्राम है, सारे दर्शकों को मेरे वालों ते राणा रण बहादुर जी वालों दिवाली, गोवर्धन पूजा, टिक्का भाई, दूज, इन्हां सारे त्योहारों की बहुत बहुत बधाई होवे। ਦਾਵੜਾ ਜੀ ਬਹੁਤ ਬਹੁਤ ਵਧਾਈ ਸਭ ਨੂੰ। ਤਿਉਹਾਰਾਂ ਦਾ ਸਾਡੇ ਸਮਾਜ 'ਚ ਸਾਡੀ ਸੰਸਕ੍ਰਿਤੀ 'ਚ ਇੱਕ ਆਪਣਾ ਮਹੱਤਵ ਹੈ। ਵੱਖੋ ਵੱਖਰੇ ਤਰ੍ਹਾਂ ਦੇ ਤਿਉਹਾਰ ਜਿਹੜੇ ਆ ਅਸੀਂ ਮਨਾਉਂਦੇ ਆ। ਇਹਦੇ ਨਾਲ ਬੰਦਿਆਂ 'ਚ ਜਿਹੜੇ ਹੈ ਸਾਡੇ ਸਮਾਜ 'ਚ ਇੱਕ ਉਤਸ਼ਾਹ ਦੀ ਭਾਵਨਾ ਬਦੋ ਬਦੀ ਜਿਹੜੀ ਹੈ ਉਹ ਫੈਲ ਜਾਂਦੀ ਹੈ, ਜਿਸ ਦੇ ਨਾਲ ਅਸੀਂ ਆਪਣੇ ਕੰਮਾਂ ਤੇ ਮੁੜ ਕੇ ਉਤਸ਼ਾਹ ਨਾਲ ਜਿਹੜਾ ਹੈ ਉਹ ਲੱਗ ਜਾਂਦਾ। ਬਿਲਕੁਲ ਜੀ, ਬਿਲਕੁਲ ਜਿਹੜਾ ਉਤਸ਼ਾਹਪੂਰਨ ਮਾਹੌਲ ਜਿਹੜਾ ਹੋ ਜਾਂਦਾ। ਤਿਉਹਾਰ ਜਿਹੜੇ ਆ ਸਾਨੂੰ ਸਾਰਿਆਂ ਨੂੰ ਆਪਣੇ ਜਾਤ ਪਾਤ, ਆਪਣੇ ਧਰਮ ਤੋਂ ਹਟਾ ਕੇ ਇੱਕ ਮੰਚ ਪ੍ਰਦਾਨ ਕਰਦੇ ਨੇ, ਜਿਹਦੇ ਉੱਤੇ ਅਸੀਂ ਸਾਰੇ ਇੱਕ ਦੂਸਰੇ ਨੂੰ ਵਧਾਈਆਂ ਦੇ ਕੇ, ਮਠਿਆਈਆਂ ਵੰਡ ਕੇ, ਜਾਂ ਫਿਰ ਜੇ ਦੀਵਾਲੀ ਹੋਵੇ ਤਾਂ ਪਟਾਕੇ ਛੱਡ ਕੇ ਇਸ ਨੂੰ ਮਨਾਉਂਦੇ ਹਾਂ। ਤੇ ਅਸੀਂ ਸਾਰਿਆਂ ਨੇ ਤਿਉਹਾਰ ਮਨਾਇਆ, ਤੁਸੀਂ ਵੀ ਮਨਾਇਆ ਹੋਏਗਾ, ਤੇ ਆਸ ਕਰਦੇ ਹਾਂ ਕਿ ਪੂਰਾ ਸਾਲ ਇਸੇ ਤਰ੍ਹਾਂ ਖੁਸ਼ੀ ਖੇੜਿਆਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਹੀ ਬੀਤੇ ਤੇ ਆਉਣ ਵਾਲੀ ਦੀਵਾਲੀ ਇੱਕ ਵਾਰ ਫਿਰ ਰੋਸ਼ਨਾਈ ਤੁਹਾਡੇ ਦਾਵੜਾ ਜੀ। ਇਹਦੇ 'ਚ ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ, ਹੁਣ ਜਦੋਂ ਤੁਸੀਂ ਗੱਲ ਛੇੜ ਲਈ ਤਿਉਹਾਰਾਂ ਦੀ, ਤਿਉਹਾਰ ਸਾਡੇ 'ਚ ਸਾਂਝ ਦੀ ਭਾਵਨਾ ਜਿਹੜੀ ਹੈ ਉਹ ਵਿਕਸਿਤ ਤਾਂ ਕਰਦੇ ਆ, ਪਰ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਬਣਿਆ ਹੋਇਆ ਹੈ, ਇੱਕ ਕਟਾਕਸ਼ ਇੱਕ ਦੂਜੇ ਦੇ ਜਿਹੜੇ ਹੈ ਸੰਸਕ੍ਰਿਤੀ ਨੂੰ ਲੈ ਕੇ, ਤਿਉਹਾਰਾਂ ਨੂੰ ਲੈ ਕੇ, ਉਹ ਸੋਸ਼ਲ ਮੀਡੀਆ ਤੇ ਇੱਕ ਗਰੁੱਪ ਜਿਹੜਾ ਇੱਦਾਂ ਦਾ ਐਕਟਿਵ ਰਹਿੰਦਾ ਹੈ, ਜਿਹਦਾ ਕੰਮ ਹੈ ਕਿ ਸਮਾਜ ਜਿਹੜੀਆਂ ਤਰੇੜਾਂ ਹੈ ਉਹਨਾਂ ਨੂੰ ਹੋਰ ਜਿਹੜੀਆਂ ਹੈ ਗੂੜੀਆਂ ਜਾਂ ਡੂੰਘੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਅਜਿਹੇ ਅਨਸਰਾਂ ਤੋਂ ਜਿਹੜਾ ਹੈ ਸਾਨੂੰ ਸਾਵਧਾਨ ਰਹਿਣਾ ਚਾਹੀਦਾ। WhatsApp ਤੇ ਇੱਦਾਂ ਦੇ ਮੈਸੇਜ ਜਿਹੜੇ ਉਹ ਆਉਂਦੇ ਰਹਿੰਦੇ ਆ ਹਰ ਤਿਉਹਾਰ ਤੇ, ਜਿਹੜੇ ਇੱਕ ਦੂਜੇ ਦੇ ਤਿਉਹਾਰ ਦੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਰੂਪ 'ਚ ਨਖੇਦੀ ਕਰਨੀ ਜਿਹੜੀ ਹੈ ਉਹਨਾਂ ਦਾ ਮਕਸਦ। ਦੇਖੋ ਰਾਣਾ ਜੀ, ਇਹ ਤਾਂ ਬੜੀ ਵੱਡੀ ਗੱਲ ਹੈ, ਕਿਉਂਕਿ ਬਹੁਤ ਸਾਲਾਂ ਤੋਂ, ਅੱਜ ਹੀ ਨਹੀਂ ਕਹਿ ਸਕਦੇ ਅਸੀਂ, ਬਹੁਤ ਯੁੱਗਾਂ ਤੋਂ ਕਹਿ ਸਕਦੇ ਹਾਂ। ਜਦੋਂ ਸਤਯੁਗ ਚੱਲਿਆ, ਦੁਆਪਰ ਚੱਲਿਆ, ਤ੍ਰੇਤਾ ਚੱਲਿਆ, ਉਦੋਂ ਤੋਂ ਕਹੀਏ ਕੁਝ ਜਿਹੜੀਆਂ ਭੈੜੀਆਂ ਸ਼ਕਤੀਆਂ ਜਿਹਨੂੰ ਕਹਿ ਸਕਦੇ ਹਾਂ, ਉਦੋਂ ਵੀ ਜਿਹੜੀਆਂ ਸੀ ਤਿਆਰ ਬਰ ਤਿਆਰ ਰਹਿੰਦੀਆਂ ਸੀ ਵੀ ਕਿਸੇ ਤਰ੍ਹਾਂ ਫਿਰਕਾ ਪ੍ਰਸਤੀ ਦਿੱਤੀ ਜਾਵੇ, ਕਿਸੇ ਤਰ੍ਹਾਂ ਰੰਗਤ ਦੇ ਕੇ ਸਮਾਜ ਨੂੰ ਜਿਹੜਾ ਹੈ ਤੋੜਿਆ ਜਾਵੇ। ਲੇਕਿਨ ਇਹ ਮੈਂ ਸਮਝਦਾ ਵੀ ਸਾਡੇ ਸਮਾਜ ਦਾ ਵੱਡਾਪਨ ਹੈ, ਸਾਡੇ ਸਮਾਜ ਦੇ ਆਪਸੀ ਤਾਲਮੇਲ, ਆਪਸਾ ਭਾਈਚਾਰਾ ਦੀ ਐਡੀ ਵੱਡੀ ਗੂੜੀ ਗੰਢ ਹੈ, ਜਿਸ ਗੰਢ ਨੂੰ ਇਹ ਛੋਟੀਆਂ ਛੋਟੀਆਂ ਤਾਕਤਾਂ ਭਾਵੇਂ ਜਿੰਨੀਆਂ ਮਰਜ਼ੀ ਕੱਟੜਵਾਦਾਂ ਆਪਣੀ ਦਿਖਾ ਦੇਣ, ਤੋੜ ਨਹੀਂ ਸਕਦੀਆਂ। ਉਹ ਸਾਂਝਾਂ ਇਸੇ ਤਰ੍ਹਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਤੇ ਰਹਿਣਗੀਆਂ। ਇਸੇ ਆਸ ਦੇ ਨਾਲ ਦੋਸਤੋ ਸ਼ੁਰੂਆਤ ਇਨਸਾਈਡ ਖਬਰ ਦੀ ਕਰ ਰਹੇ ਹਾਂ ਅਸੀਂ ਪੰਜਾਬ ਦੀਆਂ ਖਬਰਾਂ ਤੋਂ। ਤੇ ਸਭ ਪੰਜਾਬ ਦੀ ਖਬਰ ਜਿਹੜੀ ਆ ਰਹੀ ਹੈ ਉਹ ਆ ਰਹੀ ਹੈ ਕੱਲ ਨਵਜੋਤ ਸਿੰਘ ਸਿੱਧੂ ਦੁਆਰਾ ਕੀਤੀ ਗਈ ਪ੍ਰੈਸ ਕਾਨਫਰੰਸ। ਸਿੱਧੂ ਸਾਹਿਬ ਵੈਸੇ ਤਾਂ ਜਿਸ ਦਿਨ ਤੋਂ ਪ੍ਰਧਾਨ ਬਣੇ ਆ ਉਸ ਦਿਨ ਤੋਂ ਉਮੀਦ ਰਾਣਾ ਜੀ ਕੀਤੀ ਜਾਂਦੀ ਸੀ ਵੀ ਉਹ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਨੇ ਆਉਣ ਵਾਲੀਆਂ ਚੋਣਾਂ ਦੇ ਵਿੱਚ, ਲੇਕਿਨ ਫਿਰ ਇੱਕਦਮ ਸਿਆਸਤ ਨੇ ਪਲਟਾ ਖਾਇਆ ਤੇ ਅਮਰਿੰਦਰ ਸਿੰਘ ਹੋਰਾਂ ਨੂੰ ਹਟਾ ਦਿੱਤਾ। ਤਾਂ ਉਹਨਾਂ ਨੂੰ ਕਿਤੇ ਲੱਗਣ ਲੱਗਾ ਵੀ ਮੈਂ ਹੁਣ ਵੀ ਬਣ ਸਕਦਾ ਮੁੱਖ ਮੰਤਰੀ, ਲੇਕਿਨ ਫਿਰ ਸਿਆਸਤ ਦੇ ਵਿੱਚ ਇੱਕਦਮ ਲਾਟਰੀ ਨਿਕਲੀ ਚਰਨਜੀਤ ਸਿੰਘ ਹੋਰਾਂ ਦੀ, ਤੇ ਉਹ ਜਿਹੜੇ ਮੁੱਖ ਮੰਤਰੀ ਦੇ ਪਦ ਦੇ ਉੱਤੇ ਬੈਠ ਗਏ। ਸ਼ਾਇਦ ਅੰਦਰੋਂ ਅੰਦਰ ਨਹੀਂ ਸੀ ਚਾਹੁੰਦੇ, ਲੇਕਿਨ ਉਹ ਮਜਬੂਰੀ ਵਸ ਸਿੱਧੂ ਸਾਹਿਬ ਨੂੰ ਇਹ ਕਰਨਾ ਪਿਆ। ਤੇ ਸਿੱਧੂ ਸਾਹਿਬ ਉਸ ਦਿਨ ਤੋਂ ਚਾਹੇ ਚੰਨੀ ਜੀ ਮੁੱਖ ਮੰਤਰੀ ਬਣ ਵੀ ਗਏ ਆ, ਕਟਾਕਸ਼ ਜਿਹੜਾ ਕਾਂਗਰਸ ਪਾਰਟੀ ਦੇ ਉੱਤੇ ਕਰਦੇ ਰਹੇ ਨੇ। ਕੱਲ ਉਹਨਾਂ ਨੇ ਇੱਕ ਵਾਰ ਫਿਰ, ਹਾਲਾਂਕਿ ਪਰਸੋਂ ਕਿਹਾ ਜਾਂਦਾ ਵੀ ਉਹ ਉਹਨਾਂ ਨੇ ਜਾ ਕੇ ਕੇਦਾਰਨਾਥ ਸਾਂਝੇ ਦਰਸ਼ਨ ਕੀਤੇ ਨੇ ਸਭ ਨੇ, ਔਰ ਉੱਥੇ ਕਿਹਾ ਆਲ ਇਜ਼ ਵੈਲ, ਮੇਰੇ ਤੇ ਚੰਨੀ ਦੇ ਵਿਚਕਾਰ ਕੋਈ ਵੀ ਮਤਭੇਦ ਨਹੀਂ ਹੈ। ਲੇਕਿਨ ਇੱਕ ਦਿਨ ਬਾਅਦ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰ ਫਿਰ ਚੰਨੀ ਜੀ ਨੂੰ ਤੇ ਆਪਣੀ ਹੀ ਪਾਰਟੀ ਨੂੰ ਕਟਘਰੇ ਦੇ ਵਿੱਚ ਖੜਾ ਕਰ ਦਿੱਤਾ ਜੀ। ਉਹ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਬਾਰੇ ਕੀ ਕਹਿੰਦੇ ਹੁੰਦੇ ਕਿ ਹੀ ਇਜ਼ ਨਾਟ ਅ ਸਟੇਬਲ ਕਰੈਕਟਰ। ਬਿਲਕੁਲ ਸਹੀ ਗੱਲ ਹੈ। ਅਮਰਿੰਦਰ ਸਿੰਘ 'ਚ ਭਾਵੇਂ ਹੋਰ ਗੱਲਾਂ 'ਚ ਤੁਸੀਂ ਉਹਨਾਂ ਨਾਲ ਅਸਹਿਮਤ ਹੋ ਸਕਦੇ ਹੋ, ਸਹਿਮਤ ਹੋ ਸਕਦਾ ਉਹਨਾਂ ਦੀਆਂ ਗੱਲਾਂ ਸੱਚ ਨਾ ਹੋਣ, ਪਰ ਸਿੱਧੂ ਦੇ ਮਾਮਲੇ 'ਚ ਲੱਗਦਾ ਕਿ ਉਹਨਾਂ ਦੀ ਜੱਜਮੈਂਟ ਬਿਲਕੁਲ ਜਿਹੜੀ ਹੈ ਸਹੀ ਹੈ। ਬਿਲਕੁਲ ਉਹਨਾਂ ਨੇ ਦੂਜੇ ਦਿਨ ਜਿੱਦਣ ਉਹ ਆਪਣੀ ਸਰਕਾਰ ਦੇ ਵਿਰੁੱਧ ਹੀ ਬੋਲਣ ਲੱਗ ਪਏ ਸੀ, ਅਸਤੀਫਾ ਦੇ ਦਿੱਤਾ ਸੀ, ਉਦੋਂ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਕਿਹਾ ਨਹੀਂ ਸੀ ਕਿ ਇਸ ਬੰਦੇ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ। ਬਿਲਕੁਲ ਤੇ ਉਹੀ ਗੱਲ ਬਿਲਕੁਲ। ਸੋ ਨਵਜੋਤ ਸਿੰਘ ਸਿੱਧੂ ਜਿੱਦਾਂ ਤੁਸੀਂ ਕਿਹਾ ਪ੍ਰੈਸ ਕਾਨਫਰੰਸਾਂ ਵੀ ਕਰ ਰਹੇ ਆ, ਟਵਿੱਟਰ ਤੇ ਵੀ ਐਕਟਿਵ ਰਹਿੰਦੇ ਆ, ਆਪਣੀ ਵਰਕਰਸ ਮੀਟਿੰਗ 'ਚ ਵੀ ਰਹਿੰਦੇ ਹੈ, ਪਰ ਉਹਨਾਂ ਦਾ ਰੰਜ ਹੁਣ ਸ਼ਾਇਦ ਉਹ ਇੱਕੋ ਹੀ ਹੈ ਕਿ ਲੜਾਈ ਉਹਨਾਂ ਨੇ ਸਾਰੀ ਸ਼ੁਰੂ ਕੀਤੀ ਅਮਰਿੰਦਰ ਸਿੰਘ ਦੇ ਵਿਰੁੱਧ। ਉਸ ਲੜਾਈ ਨੂੰ ਕਿੱਦਾਂ ਉਹਨਾਂ ਨੇ ਅੰਜਾਮ ਤੱਕ ਪਹੁੰਚਾਇਆ, ਇਹ ਤੁਸੀਂ ਵੀ ਜਾਣਦੇ ਆ, ਅਸੀਂ ਵੀ ਜਾਣਦੇ ਆ, ਸਾਡੇ ਦਰਸ਼ਕ ਵੀ ਜਾਣਦੇ ਆ। ਪਰ ਫਿਰ ਜਦੋਂ ਸਿਹਰੇ ਦੀ ਗੱਲ ਆਈ ਕਿ ਸਿਹਰਾ ਕਿਹਦੇ ਸਿਰ ਲੱਗਣਾ, ਤੇ ਉਹ ਫਿਰ ਨਵਜੋਤ ਸਿੰਘ ਸਿੱਧੂ ਰਹਿ ਗਏ, ਉਹ ਚੰਨੀ ਹੋਰਾਂ ਦੇ ਸਿਰ ਸਿਹਰਾ ਸੱਜ ਗਿਆ। ਇਹ ਰੰਜ ਲੱਗਦਾ ਉਹਨਾਂ ਦੀ ਹਰ ਪ੍ਰੈਸ ਕਾਨਫਰੰਸ 'ਚ, ਹਰ ਟਵੀਟ 'ਚ ਜਿਹੜਾ ਹੈ ਉਹ ਝਲਕਦਾ ਹੈ। ਬਿਲਕੁਲ। ਤੇ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਵੀ ਜੇ ਦੇਖੀਏ
ਠੀਕ ਹੈ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਵੀ ਹਮਲੇ ਕਰਦੇ ਆ, ਪਿਛਲੀ ਸਰਕਾਰ ਦੇ ਵਿਰੁੱਧ ਵੀ ਕਰਦੇ ਆ, ਤੇ ਪਿਛਲੀ ਸਰਕਾਰ 'ਚ ਵੀ ਤੁਹਾਨੂੰ ਪਤਾ ਕਿਹਦੇ ਵਿਰੁੱਧ ਜ਼ਿਆਦਾ ਕਰਦੇ ਆ। ਬਿਲਕੁਲ। ਉਹ ਮਾਝੇ ਦਾ ਜਿਹਨੂੰ ਅਸੀਂ ਜਰਨੈਲ ਕਹਿੰਦੇ ਆ, ਜ਼ਿਆਦਾਤਰ ਉਹਨਾਂ ਦਾ ਗੁੱਸਾ ਜਿਹੜਾ ਉਹਨਾਂ ਪਰ ਝਲਕਦਾ ਹੈ। ਪਰ ਉਹ ਚੰਨੀ ਸਾਹਿਬ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਆਰ ਜਿਹੜੀ ਕਹਿੰਦੇ ਨੇ ਗੁੱਝੀ ਉਹ ਲਾ ਦਿੰਦੇ ਆ। ਬਿਲਕੁਲ। ਪਹਿਲਾਂ ਵੀ ਤੁਸੀਂ ਦੇਖਿਆ ਜਿੱਦਣ ਚੰਨੀ ਸਾਹਿਬ ਨੇ ਕੀਤਾ ਕਿ ਬਿਜਲੀ ਦੇ ਯੂਨਿਟਾਂ ਦਾ ਰੇਟ ਘਟਾਇਆ ਜੀ, ਉਦੋਂ ਵੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਨਹੀਂ, ਪੰਜਾਬ ਨੂੰ ਤਾਂ ਜੀ ਰੋਡ ਮੈਪ ਚਾਹੀਦਾ। ਰੋਡ ਮੈਪ ਦੀ ਗੱਲ, ਮੁਫਤ ਕੁਛ ਨਹੀਂ ਚਾਹੀਦਾ ਉਹਨਾਂ ਦਾ, ਰੋਡ ਮੈਪ, ਸਸਤੀਆਂ ਬਿਜਲੀਆਂ ਨਾ ਕਰੋ ਤੁਸੀਂ, ਮਤਲਬ ਉਹ ਵੀ ਅਟੈਕ ਚੰਨੀ ਸਾਹਿਬ ਤੇ ਸੀ। ਬਿਲਕੁਲ। ਤੇ ਫਿਰ ਜਦੋਂ ਉਹ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਅਸਤੀਫਾ ਉਹਨਾਂ ਨੇ ਦੇ ਦਿੱਤਾ ਸੀ ਡੀਜੀਪੀ ਨੂੰ ਲੈ ਕੇ ਤੇ ਏਜੀ ਨੂੰ ਲੈ ਕੇ। ਯੈਸ। ਉਹ ਅਸਤੀਫਾ ਉਹਨਾਂ ਦਾ ਬਰਕਰਾਰ ਹੈ। ਕੱਲ ਵੀ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਆਪਣਾ ਵਾਪਸ ਲੈ ਲੈਣਾ, ਪਰ ਮੈਂ ਦਫ਼ਤਰ ਜਦ ਤੱਕ ਨਹੀਂ ਬਣਨਾ ਜਦ ਤੱਕ ਡੀਜੀਪੀ ਸਾਹਿਬ ਤੇ ਏਜੀ ਸਾਹਿਬ ਜਾਂਦੇ। ਉਹੀ ਬੰਦਾ ਜਿਹੜਾ ਕਹਿੰਦਾ ਸੀ ਮੇਰਾ ਤਾਂ ਮੰਜਾ ਬਿਸਤਰਾ ਵੀ ਇਸੇ ਜਗ੍ਹਾ ਦੇ ਉੱਤੇ ਲੱਗਿਆ ਰਹੇਗਾ, ਚਿੰਤਾ ਨਾ ਕਰੋ, ਮੈਂ ਪੰਜਾਬ ਭਵਨ ਛੱਡ ਕੇ ਕਿਤੇ ਨਹੀਂ ਜਾਂਦਾ। ਉਹ ਕਹਿ ਰਿਹਾ ਵੀ ਹੁਣ ਮੈਂ ਉਸ ਪੰਜਾਬ ਭਵਨ 'ਚ ਵੜਨਾ ਹੀ ਕੋਈ ਨਹੀਂ ਹੈ। ਇੱਕ ਮੁੱਦਾ, ਇੱਕ ਇਸ਼ੂ, ਇੱਕ ਈਗੋ ਬਣਾ ਕੇ ਬੈਠ ਗਿਆ ਵੀ ਇਹਨਾਂ ਨੂੰ ਬਦਲਿਆ ਜਾਵੇ ਤਾਂ ਮੈਂ ਉੱਥੇ ਜਾਵਾਂਗਾ। ਮਤਲਬ ਕਰਨੀ ਕਥਨੀ 'ਚ ਤਾਂ ਆਪਣੀ 'ਚ ਬਹੁਤ ਫਰਕ ਹੈ, ਤੇ ਤੁਸੀਂ ਆਪਣੀ ਪਾਰਟੀ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਓਗੇ? ਨਹੀਂ ਦੇਖੋ, ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਸਿੱਧੂ ਸਾਹਿਬ ਜਿਹੜੇ ਹੈ ਉਹ ਕ੍ਰਿਕਟਰ ਰਹੇ ਆ। ਬਿਲਕੁਲ। ਤੇ ਟੀਮ ਵਰਕ ਜਿਹੜਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ। ਜੇ ਤੁਸੀਂ ਕਹੋ ਕੱਲਾ ਇੱਕ ਬੰਦੇ ਨਾਲ, ਬੈਟਸਮੈਨ ਨੇ ਜਾਂ ਬੌਲਰ ਨੇ ਟੀਮ ਜਿਤਾ ਲੈਣੀ, ਇਦਾਂ ਨਹੀਂ ਹੁੰਦਾ। ਚੰਨੀ ਸਾਹਿਬ ਠੀਕ ਹੈ ਆਪਣੇ ਜਗ੍ਹਾ ਲੱਗੇ ਹੋਏ ਆ, ਰਾਜਾ ਵੜਿੰਗ ਵੀ ਲੱਗਿਆ ਹੋਇਆ, ਹਰ ਜਗ੍ਹਾ ਲੱਗੇ ਹੋਇਆ, ਪਰ ਫੋਕਸ ਕਿਤੇ ਨਾ ਕਿਤੇ ਲੋਕਾਂ ਦਾ, ਮੀਡੀਆ ਦਾ ਸਿੱਧੂ ਵੱਲ ਚਲੇ ਜਾਂਦਾ। ਤਾਂ ਸਿੱਧੂ ਦਾ ਫੋਕਸ ਫਿਰ ਜਿਹੜਾ ਹੈ ਉਹ 2022 ਤੇ ਜਾਂ ਪਾਰਟੀ ਤੇ ਨਹੀਂ ਰਹਿੰਦਾ। ਫੋਕਸ ਉਹਨਾਂ ਦਾ ਫਿਰ ਉਹੀ ਆ ਜਾਂਦਾ ਕਿ ਮੈਂ ਜੀ ਅਸਤੀਫਾ ਦੇ ਦਿੱਤਾ ਸੀ, ਮੈਂ ਜੀ ਲੱਤ ਮਾਰਤੀ ਸੀ ਫਲਾਨੀ ਪੋਸਟ ਨੂੰ, ਮੈਂ ਜੀ ਲੱਤ ਮਾਰਤੀ ਸੀ ਫਲਾਨੀ ਪੋਸਟ ਨੂੰ। ਉਹ ਜਿਹੜਾ ਹੈ ਰੰਗ ਬਰਕਰਾਰ ਹੈ। ਇਹ ਕਾਂਗਰਸ ਲਈ ਬੜਾ ਜਿਹੜਾ ਹੈ ਉਹ ਸ਼ੁਭ ਸੰਕੇਤ ਨਹੀਂ ਹੈ। ਵੈਸੇ ਵੀ ਕਿਹਾ ਜਾਂਦਾ ਹੈ ਕਿ ਸਿੱਧੂ ਸਾਹਿਬ 'ਚ ਮੈਂ ਬਹੁਤ, ਔਰ ਮੈਂ ਜਿਹੜੀ ਆ ਉਹ ਹੰਕਾਰ ਦਾ ਰੂਪ ਗਿਣਿਆ ਜਾਂਦਾ ਹੈ। ਉਹਨਾਂ ਵਿੱਚ ਟੀਮ ਵਰਕ ਵਾਲੀ ਭਾਵਨਾ, ਹਾਲਾਂਕਿ ਤੁਸੀਂ ਇਹ ਕ੍ਰਿਕਟਰ ਰਹੇ ਆ, ਇੱਕ ਟੀਮ ਭਾਵਨਾ ਹੋਣੀ ਚਾਹੀਦੀ ਹੈ, ਉਹ ਜਿਹੀ ਟੀਮ ਭਾਵਨਾ ਨਹੀਂ ਦਿਖਦੀ। ਔਰ ਕੱਲ ਉਹਨਾਂ ਨੇ ਇੱਕ ਦਾਅਵਾ ਵੀ ਪੇਸ਼ ਕੀਤਾ ਵੀ ਅਗਰ ਮੇਰੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਗਈਆਂ ਤਾਂ ਤੁਸੀਂ ਦੇਖ ਲਈਓ ਵੀ ਅਸੀਂ 100 ਸੀਟਾਂ ਤੱਕ ਜਿੱਤ ਲਾਂਗੇ। ਨਹੀਂ, ਉਹ ਤਾਂ ਜਿੱਦਣ ਉਹ ਕਿਸਾਨ ਅੰਦੋਲਨ 'ਚ ਉੱਥੇ ਗਏ ਸੀ ਲਖੀਮਪੁਰ ਖੀਰੀ, ਉਦਣ ਹੀ ਕਹਿ ਦਿੱਤਾ ਸੀ ਉਹਨੇ ਕਿ ਫਲਾਣੇ ਦਾ ਮੁੰਡਾ ਜੇ ਸੀਐਮ ਹੁੰਦਾ ਤੇ ਤੁਸੀਂ ਫੇਰ ਦੇਖਦੇ ਇਕੱਠ ਵੱਟ ਜਿਹੜਾ ਹੈ ਉਹ ਕਿੰਨਾ ਹੁੰਦਾ। ਬਿਲਕੁਲ। ਗੱਲ ਇਸ ਵੇਲੇ ਪੰਜਾਬ 'ਚ ਜਿਹੜੀ ਹੈ ਕਾਂਗਰਸ ਦੀ ਤਾਣੀ ਬਹੁਤ ਅਲਝੀ ਹੋਈ ਹੈ। ਉਧਰ ਤੁਸੀਂ ਜਾਖੜ ਸਾਹਿਬ ਨੂੰ ਦੇਖ ਲਓ, ਉਹ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ ਹੈ ਜ਼ਖਮ ਸਹਿਲਾ ਰਹੇ ਸਾਈਡ ਤੇ ਬਹਿ ਕੇ, ਉਹ ਕਿਤੇ ਨਾ ਕਿਤੇ ਟਵੀਟ ਜਿਹੜੇ ਆ ਕਰ ਦਿੰਦੇ, ਕਦੀ ਰੂਸ ਦੇ ਜ਼ਾਰ ਦਾ ਨਾਂ ਲੈ ਦਿੰਦੇ। ਆ ਪਿੱਛੇ ਜੇ ਵੀ ਉਹਨੇ ਇੰਦਰਾ ਗਾਂਧੀ ਤੇ ਜਿੱਦਣ ਉਹਨਾਂ ਦਾ ਸ਼ਹੀਦੀ ਦਿਵਸ ਸੀ ਉਦਣ ਵੀ ਟਵੀਟ ਕੀਤਾ ਸੀਗਾ ਅੱਜ ਪੰਜਾਬ ਸਰਕਾਰ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਨੂੰ ਭੁੱਲ ਗਈ। ਉਹ ਤੋਂ ਬਾਅਦ ਵੀ ਉਹ ਕਰਦੇ ਰਹਿੰਦੇ। ਹੁਣ ਜਦੋਂ ਇਹ ਕੇਦਾਰਨਾਥ ਦੀਆਂ ਫੋਟੋਆਂ ਆਈਆਂ ਸੀ ਜੀ, ਚੰਨੀ ਸਾਹਿਬ ਦੀਆਂ, ਸਿੱਧੂ ਸਾਹਿਬ ਦੀਆਂ ਤੇ ਹੋਰ 2-4 ਜਿਹੜੇ ਉੱਥੇ ਕੇਦਾਰਨਾਥ ਗਏ ਸੀ, ਉਦਣ ਵੀ ਉਹਨਾਂ ਨੇ ਕਰਤਾ ਸੀ ਕਿ ਹਰੇਕ ਬੰਦਾ ਆਪਣੇ ਆਪਣੇ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਪਾਸੇ ਜਿਹੜਾ ਹੈ ਉਹ ਜਿਹੜੇ ਸਾਡੇ ਹਰੀਸ਼ ਚੌਧਰੀ ਜੀ ਬੈਠੇ ਸੀ ਉਹ ਗੱਲ ਕਰ ਰਹੇ ਸੀ ਚੰਨੀ ਸਾਹਿਬ ਨਾਲ, ਤੇ ਇੱਕ ਪਾਸੇ ਦੂਜਾ ਕਾਂਗਰਸੀ ਬੈਠਾ ਸੀ ਉਹ ਉਹਦੇ ਨਾਲ ਕਿ ਹਰੇਕ ਬੰਦਾ ਆਪਣੇ ਆਪਣੇ ਦੇਵਤੇ ਨੂੰ, ਹਾਈ ਕਮਾਂਡ ਵੱਲ ਉਹਨਾਂ ਦਾ ਇਸ਼ਾਰਾ ਸੀ, ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਪੰਜਾਬ ਕਾਂਗਰਸ ਜਿਹੜੀ ਇਹ ਖਾਨਾ ਜੰਗੀ ਇਹ ਚੱਲੀ ਹੋਈ ਹੈ। ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹ ਇਹਨਾਂ ਵਾਸਤੇ ਸ਼ੁਭ ਸੰਕੇਤ ਨਹੀਂ ਹੈ। ਵੈਸੇ ਉਹ ਵੀ ਕੰਮ ਚੰਨੀ ਸਾਹਿਬ ਕਰ ਰਹੇ ਆ, ਜਿੱਦਾਂ ਦਾ ਉਹ ਇਮੇਜ ਆਪਣੀ ਦੇ ਰਹੇ ਆ, ਉਹ ਸਾਰੀ ਕੀਤੀ ਕਰਾਈ ਤੇ ਜਿਹੜੀ ਹੈ ਇਹ ਸਵਾਬ ਹੋਣੀ ਚਾਹੀਦੀ। ਇੱਕ ਮੈਂ ਤੁਹਾਡੇ ਕੋਲੋਂ ਬਿਲਕੁਲ ਇਹੀ ਪੁੱਛਣਾ ਚਾਹੁੰਦਾ ਵੀ ਜਿਸ ਤਰ੍ਹਾਂ ਚੰਨੀ ਸਾਹਿਬ ਕੰਮ ਕਰ ਰਹੇ, ਤੁਸੀਂ ਵੀ ਕਿਹਾ ਵੀ ਚੰਨੀ ਸਾਹਿਬ ਆਮ ਜਨਤਾ ਦੇ ਵਿੱਚ ਵੜ ਕੇ ਕੰਮ ਕਰ ਰਹੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਆਮ ਜਨਤਾ ਦੇ ਵਿੱਚ ਚਾਹੇ ਉਹ ਬੈਠ ਕੇ ਕਿਸੇ ਦੇ ਘਰ ਬੈਠ ਕੇ ਚਾਹ ਪੀਣੀ ਹੋਵੇ, ਕਿਸੇ ਦੇ ਘਰ ਜਾ ਕੇ ਦੀਵਾਲੀ ਮਨਾਉਣੀ ਹੋਵੇ, ਜਾਂ ਜੇ ਮੈਚ ਖੇਲਣ ਗਏ ਤਾਂ ਪ੍ਰਗਟ ਸਿੰਘ ਤੇ ਉਹ ਜਾ ਕੇ ਆਪ ਗੋਲਕੀਪਿੰਗ ਹੀ ਕਰਦੇ ਹੋਣ, ਮਤਲਬ ਕਾਫੀ ਕੁਛ ਉਹ ਜਿਹੜੀ ਥੱਲੇ ਪ੍ਰਭਾਵ ਦੇ ਰਹੇ, ਆਮ ਬੰਦੇ ਦਾ ਪ੍ਰਭਾਵ ਦੇ ਰਹੇ ਆ। ਦੂਸਰੇ ਪਾਸੇ ਉਹਨਾਂ ਨੂੰ ਲੱਗ ਰਿਹਾ ਕਿ ਉਹਦਾ ਨਾ ਆਪਣੇ ਸਿੱਧੂ ਸਾਹਿਬ ਨੂੰ ਵੀ ਜੇ ਇਹ ਇਸੇ ਤਰ੍ਹਾਂ ਪ੍ਰਭਾਵ ਦਿੰਦੇ ਰਹੇ ਤਾਂ ਮੇਰਾ ਪ੍ਰਭਾਵ ਤਾਂ ਖਤਮ ਹੋ ਜਾਏਗਾ, ਵੀ ਮੈਂ ਤਾਂ ਫਿਰ ਮੁੱਖ ਮੰਤਰੀ ਅਸੈਪਟ ਹੀ ਨਹੀਂ ਹੋਵਾਂਗਾ ਆਉਣ ਵਾਲੀ ਜਿਹੜੀਆਂ 2022 ਚੋਣਾਂ ਦੇ ਵਿੱਚ, ਵੀ ਫੇਰ ਚੰਨੀ ਦੇ ਉੱਤੇ ਉਹਨਾਂ ਦਾ ਬਹੁਤ ਜ਼ਿਆਦਾ ਹੁਣ ਜਿਹੜਾ ਖਤਮ ਹੋ ਚੁੱਕਾ ਸਾਹਿਬ ਦਾ। ਬਿਲਕੁਲ। ਅੱਛਾ, ਦੂਜੇ ਪੰਜਾਬ ਦੇ ਕੁਝ ਜਾਤੀ ਸਮੀਕਰਨ, ਕੁਝ ਜਿਹੜੇ ਹੈ ਧਾਰਮਿਕ ਸਮੀਕਰਨ ਇਦਾਂ ਦੇ ਬਣ ਚੁੱਕੇ ਆ ਜਿਹਦੇ 'ਚ ਹੁਣ ਸਿੱਧੂ ਸਾਹਿਬ ਦਾ ਫਿੱਟ ਹੋਣਾ ਜਿਹੜਾ ਹੈ ਬੜਾ ਮੁਸ਼ਕਿਲ ਹੈ। ਕਿਉਂਕਿ ਪੰਜਾਬ 'ਚ ਤੁਸੀਂ ਦੇਖਿਆ ਕਿ ਸੀਐਮ ਸਾਹਿਬ ਜਿਹੜੇ ਹੈ ਸਾਡੇ ਹੁਣ ਚੰਨੀ ਸਾਹਿਬ ਹੈ, ਉਹ ਜਿਸ ਵਰਗ 'ਚੋਂ ਆਉਂਦੇ ਆ ਉਸ ਵਰਗ ਨੂੰ ਖੁਸ਼ ਕਰਨ ਦੀਆਂ ਸਾਰੀ ਕੋਸ਼ਿਸ਼ਾਂ ਕਰ ਰਹੇ ਸੀ। ਬਿਲਕੁਲ। ਆਮ ਆਦਮੀ ਵੀ ਕਰ ਰਹੀ ਸੀ, ਭਾਰਤੀ ਜਨਤਾ ਪਾਰਟੀ ਵੀ ਕਰ ਰਹੀ ਸੀ, ਤੇ ਹੁਣ ਜਦੋਂ ਉਹ ਇੱਕ ਵੱਡਾ ਵਰਗ ਹੈ ਪੰਜਾਬ ਦਾ 32-33% ਵਰਗ ਹੈ, ਉਸ ਵਰਗ 'ਚੋਂ ਇੱਕ ਪਹਿਲੀ ਵਾਰ ਸੀਐਮ ਬਣਿਆ,
ਉਸ ਜਿਹੜੀ ਪੋਜ਼ਿਟਿਵ ਥਿੰਕਿੰਗ ਨੂੰ, ਉਸ ਜਿਹੜੇ ਪੋਜ਼ਿਟਿਵ ਲੋਕਾਂ 'ਚ ਇੱਕ ਮੈਸੇਜ ਗਿਆ, ਉਹਨੂੰ ਕਾਂਗਰਸ ਪਾਰਟੀ ਕਿਸੇ ਵੀ ਤਰ੍ਹਾਂ ਗਵਾਉਣਾ ਨਹੀਂ ਚਾਹੁੰਦੀ। ਇਹ ਕਹਿ ਕੇ ਕਿ ਆਉਣ ਵਾਲਾ ਮੁੱਖ ਮੰਤਰੀ ਜਿਹੜਾ ਹੈ ਚੰਨੀ ਸਾਹਿਬ ਤੋਂ ਇਲਾਵਾ ਕੋਈ ਹੋਰ ਹੋਊਗਾ, ਉਸ ਵਰਗ ਨੂੰ ਨਾ ਖੁਸ਼ ਕਰਨਾ ਇਸ ਵੇਲੇ ਕਾਂਗਰਸ ਲਈ ਇੱਕ ਬਹੁਤ ਵੱਡਾ ਰਿਸਕ ਹੈ। ਸੋ ਸਿੱਧੂ ਸਾਹਿਬ ਜਿਹੜੇ ਹੈ, ਹੁਣ ਜਿਹੜਾ 5-6 ਚੱਕਰਾਂ ਦੀ ਰੇਸ ਹੁੰਦੀ ਨਾ, ਉਹਦੇ 'ਚ ਇੱਕ ਗੇੜ ਦਾ ਫਰਕ ਜਿਹੜਾ ਹੈ ਉਹ ਚੰਨੀ ਸਾਹਿਬ ਸਿੱਧੂ ਸਾਹਿਬ ਨੂੰ ਪਾ ਚੁੱਕੇ ਹੈ। ਹੁਣ ਸਿੱਧੂ ਸਾਹਿਬ ਦਾ ਰਲਣਾ ਜਿਹੜਾ ਮੈਨੂੰ ਮੁਸ਼ਕਿਲ ਲੱਗਦਾ, ਖਾਸ ਕਰਕੇ ਉਹਨਾਂ ਦੇ ਜਿੱਦਾਂ ਦਾ ਇਮੇਜ ਹੁਣ ਬਣ ਗਈ ਹੈ, ਕੋਈ ਵੀ ਪਾਰਟੀ ਉਹਨਾਂ ਨੂੰ ਲੈਣ ਲਈ ਵੀ ਤਿਆਰ ਨਹੀਂ। ਬਿਲਕੁਲ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਮੈਂ ਸਮਝਦਾ ਵੀ ਸਿੱਧੂ ਸਾਹਿਬ ਕਹਿੰਦੇ ਕਿ ਮੈਂ ਹਟਵਾਇਆ ਉਸ ਬੰਦੇ ਨੂੰ, ਠੀਕ ਹੈ ਨਾ ਜੀ, ਠੀਕ ਹੈ, ਮੁੱਖ ਮੰਤਰੀ ਦੀ ਕੁਰਸੀ ਤੋਂ ਮੈਂ ਉਹਨਾਂ ਨੂੰ ਬਰਤਰਫ ਕੀਤਾ ਹੈਗਾ। ਉਹਨਾਂ ਨੇ ਇੱਕ ਪਾਰਟੀ ਬਣਾ ਲਈ ਹੈ, ਪੰਜਾਬ ਕਾਂਗਰਸ ਪਾਰਟੀ। ਹਲੇ ਉਹ ਪ੍ਰੈਸ ਕਾਨਫਰੰਸ 'ਚ ਅਨਾਉਂਸ ਕਾਗਜ਼ਾਂ 'ਚ ਹੀ ਮਤਲਬ ਬਣ ਗਈ। ਉਹਨਾਂ ਨੇ ਕਿਹਾ ਵੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਰਜਿਸਟ੍ਰੇਸ਼ਨ ਲਈ ਭੇਜ ਦਿੱਤਾ ਹੈ, ਉਹਦੇ 'ਚ ਕੋਈ ਦਿੱਕਤ ਨਹੀਂ, ਬਣ ਵੀ ਸਕਦੀ ਹੈ, ਬਣਾ ਵੀ ਲੈਣਗੇ। ਲੇਕਿਨ ਉਹਨਾਂ ਨੇ ਵੀ ਇਹ ਚੈਲੰਜ ਕੀਤਾ ਵੀ ਸਿੱਧੂ ਸਾਹਿਬ ਜਿੱਥੋਂ ਮਰਜ਼ੀ ਖੜੇ ਹੋ ਜਾਓ, ਜਿੱਤਣ ਮੈਂ ਤੁਹਾਨੂੰ ਦਿੰਦਾ ਨਹੀਂ। ਔਰ ਵਾਕਈ ਉਹਨਾਂ ਦਾ ਕੱਦ ਸਿੱਧੂ ਦੇ ਕੱਦ ਨਾਲੋਂ ਕਿਤੇ ਵੱਡਾ ਹੈਗਾ ਹੈ, ਤੇ ਜੇ ਉਹਨਾਂ ਨੇ ਇਹ ਚੈਲੰਜ ਕੀਤਾ ਹੈ ਤਾਂ ਕਿਤੇ ਨਾ ਕਿਤੇ ਸਿੱਧੂ ਸਾਹਿਬ ਨੂੰ ਖਤਰਾ ਤਾਂ ਪਏਗਾ। ਦੇਖੋ, ਕੱਦ ਦੀ ਗੱਲ ਤੁਸੀਂ ਦਾਵੜਾ ਜੀ ਕੀਤੀ, ਠੀਕ ਹੈ, ਉਹਨਾਂ ਦਾ ਕੱਦ ਵੱਡਾ ਹੈ, ਪਰ ਹੁਣ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਹੈ, ਕੈਪਟਨ ਅਮਰਿੰਦਰ ਸਿੰਘ ਨੇ ਜਿੱਦਾਂ ਤੁਸੀਂ ਕਿਹਾ ਪਾਰਟੀ ਬਣਾਈ, ਇੱਕ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਗਿਆ ਜੀ। ਉਹ ਕਿੱਡਾ ਕੁ ਵੱਡਾ ਕੱਦ ਹੈ, ਉਹ ਤੁਸੀਂ ਲੋਕਾਂ ਨੇ ਜੱਜ ਕਰ ਲੈਣਾ ਇਲੈਕਸ਼ਨਾਂ 'ਚ। ਠੀਕ ਹੈ ਕਿ ਇੱਕ ਬੰਦਾ ਪਾਰਟੀ ਸਾਬਕਾ ਸੀਐਮ ਰਿਹਾ ਹੋਵੇ, ਨਹੀਂ ਕਈ ਵਾਰ ਪੱਤੇ ਨਹੀਂ ਖੋਲਦੇ। ਹੋ ਸਕਦਾ ਜਿਹੜੀ ਇੱਕ ਮਿੰਟ ਲਈ ਜਿਹੜੇ ਕਹਿੰਦੇ ਸੀਗੇ, ਅੱਜ ਮੈਂ ਤੁਹਾਨੂੰ ਵੀ ਪਤਾ, ਅਸੀਂ ਅਖਬਾਰਾਂ 'ਚ ਵੀ ਪੜ੍ਹਦੇ ਰਹੇ ਹਾਂ ਵੀ ਬਹੁਤ ਸਾਰੇ ਵਿਧਾਇਕ, ਬਹੁਤ ਸਾਰੇ ਇੱਕ ਬੜੇ ਖਾਸ ਵਿਧਾਇਕ ਸੀਗੇ, ਮੈਨੂੰ ਅੱਜ ਵੀ ਪਿਛਲੀ ਵਾਰ ਦਾ ਉਹਨਾਂ ਦਾ ਬਿਆਨ ਮੇਰੇ ਕੋਲ ਪਿਆ ਹੈ। ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਕੈਪਟਨ ਸਾਹਿਬ ਨੂੰ ਉਹਨਾਂ ਦੀ ਘਰਵਾਲੀ ਪ੍ਰਨੀਤ ਕੌਰ ਤਾਂ ਛੱਡ ਸਕਦੀ ਹੈ, ਪਰ ਮੈਂ ਉਹਨਾਂ ਨੂੰ ਕਦੀ ਨਹੀਂ ਛੱਡਾਂਗਾ। ਮਤਲਬ ਉਹ ਹੋ ਸਕਦਾ ਅੱਜ ਉਹ ਸਵਾਦ ਲੈ ਰਹੇ ਹੋਣ ਹਲੇ ਸੱਤਾ ਦਾ, ਤੇ ਸੀਟ ਦੇ ਉੱਤੇ ਮੰਤਰੀ ਪਦ ਭੁਗਤ ਰਹੇ, ਵਧੀਆ ਮਜ਼ਾ ਲੈ ਰਹੇ ਹੋਣ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹ ਸੋਚ ਸਕਦਾ ਵੀ ਇਹਨਾਂ ਕਾਂਗਰਸ ਨੂੰ ਛੱਡ ਦੇ, ਕਿਉਂਕਿ ਕਾਂਗਰਸ ਦਾ ਵੀ ਭਵਿੱਖ ਤੁਸੀਂ ਸਮਝਦੇ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਭਵਿੱਖ ਪੰਜਾਬ 'ਚ ਹੈ। ਕਾਂਗਰਸ ਦਾ ਭਵਿੱਖ ਤੇ ਹੈਗਾ ਪੰਜਾਬ 'ਚ, ਪਰ ਤੁਸੀਂ ਇਹ ਦੇਖੋ ਕਿ ਡੁੱਬਦੀ ਬੇੜੀ 'ਚ ਸਵਾਰ ਕੌਣ ਜੀ। ਮੈਂ ਕੈਪਟਨ ਸੰਦੀਪ ਸੰਧੂ ਦੀ ਗੱਲ ਕਰਨਾ। ਕੈਪਟਨ ਸੰਦੀਪ ਸੰਧੂ ਪੰਜਾਬ ਕਾਂਗਰਸ 'ਚ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਰਹੇ। ਬਿਲਕੁਲ ਖਾਸਮ ਖਾਸ ਇਸ ਸੰਦਰਭ ਜੀ ਰਹੇ ਕਿ ਉਹ ਪਾਰਟੀ ਦੇ ਬੰਦੇ ਨਹੀਂ ਸੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਤਰ੍ਹਾਂ ਦੇ ਪਾਰਟੀ 'ਚ ਪਲਾਂਟਡ ਆਦਮੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਵਫਾਦਾਰੀ ਗਿਣੀ ਜਾਂਦੀ ਸੀ। ਅੱਜ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਤਾਂ ਕੈਪਟਨ ਸੰਦੀਪ ਸੰਧੂ ਤੁਸੀਂ ਦੇਖੋ ਸੁਖਜਿੰਦਰ ਰੰਧਾਵੇ ਦੇ ਨਾਲ ਬੈਠਾ ਹੁੰਦਾ, ਭਾਵੇਂ ਬੋਲਦਾ ਕੁਝ ਹੈ ਪਰ ਨਹੀਂ, ਉਹ ਜਾਣ ਕੇ ਉਹਨਾਂ ਨੂੰ ਨਾਲ ਬਿਠਾ ਲਿਆ ਹੁੰਦਾ। ਵਫਾਦਾਰੀਆਂ ਜਿਹੜੀਆਂ ਹੈ ਹੋ ਸਕਦਾ ਉੱਥੇ ਦੇ ਜੋ ਵੀ ਸੀਕ੍ਰੇਟਸ ਹੋਣ, ਉਹ ਸਾਰੇ ਸੰਦੀਪ ਸੰਧੂ ਵਰਗੇ ਹੋਰ ਵੀ ਤੇ ਬਹੁਤ ਸਾਰੇ ਉਹਨਾਂ ਕੋਲ ਲੈ ਕੇ ਕੈਪਟਨ ਸਾਹਿਬ ਤੱਕ ਜਾਂਦੇ ਹੋਣ। ਇਹ ਦੋਨੇ ਚੀਜ਼ਾਂ ਆ ਜਾਂਦੀਆਂ। ਬੈਟ ਬੰਦਾ ਉਹਦੇ ਤੇ ਲਾਉਂਦਾ, ਦਾ ਉਹਦੇ ਤੇ ਖੇਡਦਾ, ਉਸ ਘੋੜੇ ਤੇ ਲਾਉਂਦਾ ਜਿਹਦੇ ਜਿੱਤਣ ਦੀਆਂ ਥੋੜੀਆਂ ਬਹੁਤ ਸੰਭਾਵਨਾਵਾਂ। ਜੀ ਕੈਪਟਨ ਅਮਰਿੰਦਰ ਸਿੰਘ ਦੀ ਜਿੱਦਾਂ ਦੀ ਪੋਲਿਟਿਕਸ ਥੋੜੇ ਮਹੀਨੇ ਚ ਰਹੀ ਹੈ, ਖਾਸ ਕਰਕੇ ਬੀਜੇਪੀ ਨਾਲ ਜਿੱਦਾਂ ਦੀਆਂ ਉਹਨਾਂ ਦੀਆਂ ਨੇੜਤਾਵਾਂ ਵੱਧ ਰਹੀਆਂ, ਤੇ ਭਾਰਤੀ ਜਨਤਾ ਪਾਰਟੀ ਦਾ ਬੀਜੇਪੀ 'ਚ ਪੰਜਾਬ 'ਚ ਬੀਜੇਪੀ ਦਾ ਅਕਸ ਕਿੱਦਾਂ ਦਾ ਬਣ ਚੁੱਕਿਆ, ਉਹ ਇੱਕ ਬਹੁਤ ਵੱਡਾ ਰਿਸਕੀ ਦਾਅਵਾ ਜਿਹੜਾ ਕੋਈ ਵੀ ਇਸ ਵੇਲੇ ਖੇਡਣਾ ਨਹੀਂ ਚਾਹੁੰਦਾ। ਨਹੀਂ, ਉਹਨਾਂ ਨੇ ਇੱਕ ਦੱਸਤਾ, ਮੈਂ ਤਾਂ ਖੇਡਾਂਗਾ ਅਗਰ ਤਿੰਨੋਂ ਕਿਸਾਨੀ ਬਿੱਲ ਰੱਦ ਹੁੰਦੇ ਆ, ਤੇ ਜੇ ਰੱਦ ਕਰ ਦਿੰਦੀ ਹੈ ਬੀਜੇਪੀ ਸਰਕਾਰ ਤਾਂ ਇਹ ਤਾਂ ਬੜਾ ਵੱਡਾ ਉਹਨਾਂ ਦਾ ਸਾਫ਼ ਸੁਥਰਾ ਦਾਅ ਹੋ ਜਾਏਗਾ। ਫਿਰ ਹੋ ਸਕਦਾ ਕਿ ਥੋੜਾ ਬਹੁਤਾ ਖੜਨ ਨੂੰ ਕਿਤੇ ਥਾਂ ਮਿਲ ਜਾਏ। ਪਰ ਮੈਂ ਕੈਪਟਨ ਅਮਰਿੰਦਰ ਸਿੰਘ ਜਦੋਂ ਤੁਸੀਂ ਗੱਲ ਛੇੜੀ, ਇੱਕ ਹੋਰ ਬੜੀ ਇੰਟਰਸਟਿੰਗ ਗੱਲਾਂ ਉਹਨਾਂ ਨੇ ਆਪਣੇ ਅਸਤੀਫੇ 'ਚ ਲਿਖੀਆਂ। ਜਿਹੜਾ ਅਸਤੀਫਾ ਜਿਹੜਾ ਉਹਨਾਂ ਦਾ ਅਖਬਾਰਾਂ 'ਚ ਛਾਇਆ ਹੋਇਆ। ਬਿਲਕੁਲ ਕੈਪਟਨ ਅਮਰਿੰਦਰ ਸਿੰਘ, ਇੱਕ ਤਾਂ ਉਹਦੇ 'ਚ ਸੋਨੀਆ ਗਾਂਧੀ ਤੇ ਉਹਦੇ ਬੱਚਿਆਂ ਤੇ ਬੱਚਿਆਂ ਤੋਂ ਸਮਝ ਗਏ ਇੱਕ ਕੌਣ ਹੈ। ਬਿਲਕੁਲ ਉਹੀ ਦੋ ਬੱਚੇ, ਸਮਝ ਗਿਆ ਮੈਂ। ਬਿਲਕੁਲ ਉਹਨਾਂ ਤੇ ਇਲਜ਼ਾਮ ਲਾਇਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਆਸੀ ਤੌਰ ਤੇ ਖਤਮ ਕਰਨਾ ਚਾਹੁੰਦੇ ਪੰਜਾਬ 'ਚ। ਬਿਲਕੁਲ ਆਪਣੇ ਅਸਤੀਫੇ 'ਚ ਉਹਨਾਂ ਨੇ ਬੜਾ ਲੰਬਾ 6-7 ਸਫ਼ਿਆਂ ਦਾ ਅਸਤੀਫਾ ਲਿਖਿਆ, ਜਿਹਦੇ 'ਚ ਆਪਣਾ ਇਤਿਹਾਸ ਦੱਸਿਆ ਹੈ ਕਿ ਮੈਂ ਕਿੱਦਾਂ ਰਾਜਨੀਤੀ 'ਚ ਆਇਆ, ਕਿੱਦਾਂ ਮੈਂ ਜਿਹੜਾ ਹੈ ਪੰਜਾਬ ਦੇ ਹਿੱਤਾਂ ਲਈ ਕੋਟ ਅਨਕੋਟ ਕੁਰਬਾਨੀਆਂ ਦਿੱਤੀਆਂ, ਕਦੋਂ ਅਸਤੀਫਾ ਦਿੱਤਾ, ਆਪਰੇਸ਼ਨ ਬਲੂ ਸਟਾਰ ਵੇਲੇ, ਆਪਰੇਸ਼ਨ ਬਲੈਕ ਥੰਡਰ ਵੇਲੇ, ਵਗੈਰਾ ਵਗੈਰਾ। 2-3 ਗੱਲਾਂ ਮੈਨੂੰ ਜਿਹੜੀਆਂ ਹੈ ਅਸਤੀਫੇ ਮੈਂ ਚਰਚਾ ਕਰਨੀ ਚਾਹੁੰਦਾ ਤੁਹਾਡੇ ਨਾਲ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ। ਇੱਕ ਤਾਂ ਉਹਨਾਂ ਨੇ ਕਿਹਾ ਹੈ ਪੰਜਾਬ ਦੇ ਬਾਕੀ ਮਸਲਿਆਂ ਬਾਰੇ ਕਿਹਾ ਹੈ ਕਿ ਮੈਂ ਇੰਨੇ % ਵਾਅਦੇ ਪੂਰੇ ਕੀਤੇ, ਸ਼ਾਇਦ ਚੰਦਰਾ ਬਾਬੂ ਨਾਇਡੂ ਤੋਂ ਇਲਾਵਾ ਇੱਕ ਮੈਂ ਸੀਐਮ ਹੈ ਜਿਹਨਾਂ 80% ਤੋਂ ਉੱਪਰ ਵਾਅਦੇ ਪੂਰੇ ਕੀਤੇ। ਚਲੋ ਲੋਕਾਂ ਨੇ ਜੱਜ ਕਰਨਾ ਹੈ, ਉਹਨਾਂ ਦੀ ਪਾਰਟੀ ਨੇ ਜੱਜ ਕਰਨਾ ਸੀ ਉਹਨਾਂ ਨੇ ਕੀਤੇ ਕਿ ਨਹੀਂ ਕੀਤੇ। ਭਾਵੇਂ ਕਿ ਪਾਰਟੀ ਨੇ ਜਦੋਂ ਉਹਨਾਂ ਨੂੰ ਲਾਇਆ ਤਾਂ ਉਹਨਾਂ ਨੇ ਇਹ ਇੱਕ ਮਤਾ ਵੀ ਪਾਸ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਜ਼ ਕਰਦਾ, ਉਹਨਾਂ ਦੀ ਸਿਫਤ ਕਰਦਾ ਕਿ ਉਹਨਾਂ ਨੇ ਆਪਣੇ ਵਾਅਦੇ ਪੂਰੇ ਕੀਤੇ। ਇੱਕ ਗੱਲ ਜਿਹੜੀ ਸਾਡੇ ਲਈ ਚਿੰਤਾ ਵਾਲੀ ਗੱਲ ਹੈ, ਉਹ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਰੇਤ ਮਾਫੀਆ ਤੇ ਮੈਂ ਕਾਬੂ ਨਹੀਂ ਪਾ ਸਕਿਆ, ਇਹ ਮੈਂ ਮੰਨਦਾ,
ਇਹਦੇ 'ਚ ਸਾਡੀ ਹੀ ਪਾਰਟੀ ਦੇ ਕੁਝ ਐਮਐਲਏ 5-6 ਐਮਐਲਏ ਸ਼ਰੀਕ ਸੀ। ਬਿਲਕੁਲ ਇਹ ਉਹਨਾਂ ਨੇ ਗੱਲ ਮੰਨੀ ਬਿਲਕੁਲ ਕਿ ਮੈਂ ਉਹਨਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ, ਕਿਉਂਕਿ ਮੈਂ ਪਾਰਟੀ ਦੀ ਬਦਨਾਮੀ ਤੇ ਡਰਦਾ ਸੀ। ਤੇ ਅੱਜ ਮੈਂ ਪਛਤਾਉਂਦਾ, ਉਹਨਾਂ ਦਾ ਅਸਤੀਫੇ 'ਚ ਲਿਖਿਆ ਕਿ ਅੱਜ ਮੈਂ ਪਛਤਾਉਂਦਾ ਕਿ ਜੇ ਮੈਂ ਸਮਾਂ ਰਹਿੰਦਿਆਂ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਹਾਲਾਤ ਜਿਹੜੇ ਆ ਇਹ ਨਾ ਹੁੰਦੇ। ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਹਾਈ ਕਮਾਂਡ ਨੂੰ ਉਹਨਾਂ ਬਾਰੇ ਦੱਸ ਚੁੱਕਿਆ ਸੀਗਾ, ਹਾਈ ਕਮਾਂਡ ਨੇ ਵੀ ਮੈਨੂੰ ਕਿਹਾ ਵੀ ਟਕੇ ਰਹੋ ਹਲੇ ਇਹ ਬਦਨਾਮੀ ਵਾਲਾ ਕੰਮ ਹੈ। ਨਹੀਂ ਦੇਖੋ ਤੁਸੀਂ ਫਿਰ ਬਦਨਾਮੀ ਨੂੰ ਤੁਸੀਂ ਕਿੰਨੀ ਪ੍ਰੈਫਰੈਂਸ ਦਿੰਦੇ ਹੋ, ਪਾਰਟੀ ਦੀ ਅਖੌਤੀ ਬਦਨਾਮੀ ਨੂੰ ਪੰਜਾਬ ਦੇ ਹਿੱਤਾਂ ਨਾਲ ਤੁਸੀਂ ਖੇਡਦੇ ਰਹੇ। ਬਿਲਕੁਲ ਜੇ ਉਹ ਬੰਦੇ ਇਸ ਕੰਮ 'ਚ ਸ਼ਰੀਕ ਸੀ, ਤੁਸੀਂ ਬਦਨਾਮੀ ਨੂੰ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਹਿੱਤਾਂ ਤੋਂ ਉੱਪਰ ਰੱਖਿਆ ਕਿ ਪਾਰਟੀ ਦੀ ਬਦਨਾਮੀ ਹੁੰਦੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਪੰਜਾਬ ਦਾ ਭਲਾ ਖਜ਼ਾਨਾ ਜਿਹੜਾ ਹੈ ਉਹ ਲੁੱਟੀ ਜਾਏ। ਇਹ ਕੈਪਟਨ ਅਮਰਿੰਦਰ ਸਿੰਘ ਨੇ ਆਪ ਗੱਲ ਜਿਹੜੀ ਹੈ ਉਹ ਕਬੂਲੀ ਹੈ। ਤੇ ਉਹਨਾਂ ਦਾ ਕਹਿਣਾ ਕਿ ਹੁਣ ਵੀ 5-6 ਬੰਦੇ ਅਜਿਹੇ ਆ ਜਿਹੜੇ ਇਸ ਸਰਕਾਰ 'ਚ ਹਨ ਜਿਹੜੇ ਕਿ ਰੇਤ ਮਾਫੀਆ 'ਚ ਇਹਨਾਂ ਦੀ ਸ਼ਿਰਕਤ ਹੈ। ਪਰ ਜੇ ਜਰਨੈਲ ਜੰਗ ਜਿੱਤਦਾ, ਜੇ ਕੋਈ ਸਿਰਸੇਰਾ ਜਾਂਦਾ ਹੈ ਤਾਂ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਾਏਗੀ ਕਿ ਉਹਨਾਂ ਨੇ ਇਸ 4 ਸਾਲ ਇਸ ਚੀਜ਼ ਨੂੰ ਝੱਲਿਆ, ਅੱਖਾਂ ਮੀਟ ਕੇ ਝੱਲਿਆ। ਬਿਲਕੁਲ ਵੀ ਕਿਤੇ ਨਾ ਕਿਤੇ ਤੁਸੀਂ ਇਹ ਸਮਝਦੇ ਹੋ ਵੀ ਇਹ ਸਾਰਾ ਸਿਨੈਰੀਓ ਜੋ ਵੀ ਹੈ ਇਹਦਾ ਰਿਜ਼ਲਟ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਜਿਹੜੇ ਉਹ ਇਲਜ਼ਾਮ ਲੱਗਦੇ ਰਹੇ ਸੀ ਕਿ ਇਹਦੇ ਚ ਇਨਵੋਲਵਮੈਂਟ ਜਿਹੜੀ ਹੈ ਉੱਪਰ ਤੱਕ, ਉਹ ਤਾਂ ਕੈਪਟਨ ਦੀ ਆਪਣੀ ਇਨਵੋਲਵਮੈਂਟ ਵੀ ਲੋਕ ਕਹਿੰਦੇ ਰਹੇ, ਇਲਜ਼ਾਮ ਲਗਾਉਂਦੇ ਰਹੇ, ਇਲਜ਼ਾਮ ਲੱਗਦੇ ਰਹੇ, ਉਹਨਾਂ ਇਲਜ਼ਾਮਾਂ ਨੂੰ ਜਿਹੜਾ ਹੈ ਉਹ ਉਹਨਾਂ ਨੇ ਆਪ ਹੀ ਪੱਕੇ ਕਰ ਦਿੱਤਾ। ਬਿਲਕੁਲ ਸਹੀ ਗੱਲ। ਪਰ ਇੱਕ ਗੱਲ ਆਪਣੇ ਅਸਤੀਫੇ ਚ ਉਹ ਹਮੇਸ਼ਾ ਕਹਿੰਦੇ ਆ, ਹੁਣ ਵੀ ਉਹਨਾਂ ਨੇ ਕਿਹਾ ਪ੍ਰੈਸ ਕਾਨਫਰੰਸ ਕਰਦੇ, ਪੰਜਾਬ ਦੀ ਸੁਰੱਖਿਆ ਦਾ ਮਸਲਾ ਜਿਹੜਾ ਹੈ ਉਹ ਬੜੀ ਉਹਨਾਂ ਨਾਲ ਉਠਾਉਂਦੇ ਆ। ਅੱਜ ਵੀ ਅਖਬਾਰਾਂ 'ਚ ਖਬਰਾਂ ਨੇ ਕਿ ਟਿਫਨ ਬੰਬ ਜਿਹੜਾ ਹੈ ਮਿਲਿਆ ਕਿਤੇ, ਬਿਲਕੁਲ, ਤੇ ਉੱਥੋਂ ਲਗਾਤਾਰ ਜਿਹੜੀ ਹੈ ਉਹ ਘੁਸਪੈਠ ਹੋ ਰਹੀ ਹੈ। ਉਹ ਜਿਹੜੀ ਹੈ ਪੰਜਾਬ ਲਈ ਚਿੰਤਾ ਦੀ ਵਾਲੀ ਗੱਲ ਹੈ। ਲੇਕਿਨ ਇੱਕ ਗੱਲ ਹੋਰ ਅੱਗੇ ਨੂੰ ਵਧਾਉਂਦੇ ਆ ਬਈ ਲਗਾਤਾਰ ਵੱਧ ਰਹੀ ਮਹਿੰਗਾਈ, ਇਹਦਾ ਮੁੱਖ ਕਾਰਨ ਜਿਹੜਾ ਹੈ ਉਹ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਵੀ ਅਗਰ ਇਹ ਡੀਜ਼ਲ, ਪੈਟਰੋਲ, ਗੈਸ ਦੀਆਂ ਕੀਮਤਾਂ ਦੇ ਉੱਤੇ ਨਿਯੰਤਰਣ ਹੋਵੇ ਤਾਂ ਟਰਾਂਸਪੋਰਟੇਸ਼ਨ ਸਸਤੀ ਹੋਏਗੀ ਤੇ ਆਮ ਜਨਤਾ ਨੂੰ ਸਮਾਨ ਖਾਣ ਪੀਣ ਦਾ ਵੀ ਸਸਤਾ ਮੁਹੱਈਆ ਕਰਾਇਆ ਜਾ ਸਕੇਗਾ। ਉਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਤਾਂ ਹਾਲਾਂਕਿ ਕਿਹਾ ਤਾਂ ਇਹੀ ਜਾ ਰਿਹਾ ਵੀ ਪਹਿਲੇ 25-30 ਰੁਪਏ ਵਧਾ ਲਏ ਜਾਂ ਫਿਰ 5 ਰੁਪਏ ਜਿਹੜਾ ਪੈਟਰੋਲ ਤੇ 10 ਰੁਪਏ ਡੀਜ਼ਲ ਸਸਤਾ ਕਰ ਦਿੱਤਾ, ਪਰ ਚਲੋ ਐਕਸਾਈਜ਼ ਡਿਊਟੀ ਜਿਹੜੀ ਪਿੱਛੇ ਜੇ ਵਧਾਈ ਗਈ ਸੀ ਥੋੜੀ ਜਿਹੀ, ਉਹ ਹੁਣ ਘਟਾ ਦਿੱਤੀ ਹੈ। ਹੁਣ ਹਿਮਾਚਲ ਸਰਕਾਰ ਨੇ ਵੀ ਘਟਾ ਦਿੱਤੀ ਹੈ ਜੀ। ਚੰਡੀਗੜ੍ਹ ਤਾਂ ਸਾਡੇ ਨਾਲੋਂ ਪਹਿਲਾਂ ਵੀ ਘੱਟ ਸੀਗੀ ਤੇ ਹੁਣ ਉਹਨਾਂ ਨੇ ਆਪਣਾ ਵੈਟ ਜਿਹੜਾ ਹੈ ਹੋਰ ਘਟਾ ਦਿੱਤਾ ਹੈਗਾ ਇਸ ਦੇ ਉੱਤੇ, ਜਿੱਦਾਂ ਕਿ 7 ਰੁਪਏ ਡੀਜ਼ਲ ਤੇ 7 ਰੁਪਏ ਪੈਟਰੋਲ ਸਸਤਾ ਹੋ ਗਿਆ, ਜਦਕਿ ਪੰਜਾਬ ਦੇ ਨਾਲੋਂ ਪਹਿਲਾਂ ਹੀ 5-5, 4-4 ਰੁਪਏ ਸਸਤਾ ਸੀ। ਜੇ ਚੰਡੀਗੜ੍ਹ ਜਾਈਏ ਤਾਂ ਡੀਜ਼ਲ ਦੀ ਟੈਂਕੀ ਭਰਵਾ ਕੇ ਲੈ ਜਾਓ। ਯੈਸ ਬਿਲਕੁਲ। ਪਰ ਇਹ ਪੰਜਾਬ ਹਲੇ ਪਿਛੜ ਕਿਉਂ ਨਹੀਂ ਪੰਜਾਬ ਵੀ ਸੋਚ ਰਿਹਾ? ਦੇਖੋ ਤੁਸੀਂ ਇਲੈਕਟ੍ਰਿਸਿਟੀ ਮਗਰ ਪਏ ਹੋਏ ਸੀ, ਇਲੈਕਟ੍ਰਿਸਿਟੀ ਤਾਂ 3 ਰੁਪਏ ਯੂਨਿਟ ਸਸਤੀ ਕਰ ਦਿੱਤੀ। ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ, ਜਿਸ ਇੱਕ ਚੀਜ਼ ਦੇ ਨਾਲ ਸਾਰੀਆਂ ਚੀਜ਼ਾਂ ਸਸਤੀਆਂ ਹੋ ਸਕਦੀਆਂ, ਅਗਰ ਪੈਟਰੋਲ ਡੀਜ਼ਲ ਸਸਤਾ ਹੋ ਜਾਵੇ, ਟਰਾਂਸਪੋਰਟੇਸ਼ਨ ਸਸਤੀ ਹੋਵੇ, ਕਿਸਾਨੀ ਦੀਆਂ ਜਿਹੜਾ ਟਰੈਕਟਰ ਦੇ ਵਿੱਚ ਪੈਣ ਵਾਲਾ ਡੀਜ਼ਲ ਸਸਤਾ ਹੋ ਸਕਦਾ, ਟਰੈਕਟਰ ਦੇ ਇੰਜਨ ਜਿਹੜੇ ਚੱਲਦੇ ਆ ਉਹਦੇ ਨਾਲ ਡੀਜ਼ਲ ਇੰਜਨ, ਉਹਦਾ ਸਾਰਾ ਕੁਝ ਸਸਤਾ ਪੈ ਸਕਦਾ ਵੀ ਉਹ ਚੀਜ਼ ਕਿਉਂ ਨਹੀਂ ਸਸਤੀ? ਨਹੀਂ, ਦਬਾਅ ਹੈ ਪੰਜਾਬ ਸਰਕਾਰ ਤੇ ਅੱਜ ਮੀਟਿੰਗ ਹੈ ਦਾਵੜਾ ਜੀ ਮੇਰੇ ਖਿਆਲ ਜਿਹਦੇ ਚ ਇਹ ਫੈਸਲਾ ਸ਼ਾਇਦ ਹੋ ਜਾਵੇ 7 ਤਰੀਕ ਨੂੰ ਫਿਰ ਬੁਲਾਇਆ 7 ਤਰੀਕ, ਕਿਉਂਕਿ ਆਲਰੇਡੀ 17 ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਇਦਾਂ ਦੀਆਂ ਹੈ ਜਿਨ੍ਹਾਂ ਨੇ ਕੇਂਦਰ ਦੇ ਉਸ ਨਿਰਦੇਸ਼ ਨੂੰ ਜਾਂ ਉਸ ਸੰਕੇਤ ਨੂੰ ਮੰਨਦਿਆਂ ਆਪਣੀ ਜਿਹੜਾ ਹੈ ਉਹ ਵੈਟ ਜਿਹੜਾ ਹੈ ਘਟਾਤਾ, ਜਿਹਦੇ ਨਾਲ ਉਹਨਾਂ ਸਟੇਟਸ ਜਿਹੜਾ ਹੈ ਪੈਟਰੋਲ 12 ਰੁਪਏ ਕਿਤੇ 13 ਰੁਪਏ 17 ਰੁਪਏ ਜਿਹੜਾ ਹੈ ਉਹ ਸਸਤਾ ਹੋ ਗਿਆ। ਬਿਲਕੁਲ। ਪੈਟਰੋਲ ਡੀਜ਼ਲ ਇੱਕ ਇੰਟਰਨੈਸ਼ਨਲ ਕਮੋਡਿਟੀ ਹੈ, ਟ੍ਰੇਡਡ ਕਮੋਡਿਟੀ ਹੈ। ਭਾਰਤ 'ਚ ਦਾਵੜਾ ਜੀ ਤੁਹਾਨੂੰ ਪਤਾ ਕਿ ਅਸੀਂ 10-15% ਜਿਹੜਾ ਹੈ ਕੱਚਾ ਤੇਲ ਹੀ ਆਪਣੀ ਜਿੰਨੀ ਸਾਡੀ ਜ਼ਰੂਰਤ ਹੈ ਉਹਦਾ ਉਤਪਾਦਨ ਕਰਦੇ ਹਾਂ, ਬਾਕੀ ਸਾਰਾ ਐਕਸਪੋਰਟ ਹੁੰਦਾ ਹੈ। ਤੇ ਉਹ ਇੰਟਰਨੈਸ਼ਨਲ ਕਰੂਡ ਪ੍ਰਾਈਸਿਸ ਹੈ ਜਿਹੜਾ ਉਹਦੇ ਨਾਲ ਰਿਲੇਟਡ ਹੈ। ਭਾਵੇਂ ਕਿ ਹੁਣ ਇਹ ਦਬਾਅ ਸਰਕਾਰ ਤੇ ਬਹੁਤ ਸੀ ਕਿ ਜਦੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹੈ ਤੇ ਤੁਸੀਂ ਇਹ ਜਿਹੜਾ ਹੈ ਤੁਸੀਂ ਵੀ ਘਟਾਓ, ਕੰਜ਼ਿਊਮਰ ਨੂੰ ਥੋੜੀ ਤੁਸੀਂ ਰਾਹਤ ਦਿਓ, ਕਿਉਂਕਿ ਸਰਕਾਰਾਂ ਇਹ ਬਹੁਤ ਛੱਡ ਨਹੀਂ ਪਾਉਂਦੀਆਂ। ਬਿਲਕੁਲ। ਕਿ ਜਿਹੜਾ ਉਹਨਾਂ ਨੂੰ ਇੰਨੀ ਰੈਵਨਿਊ ਹੁੰਦੀ ਹੈ ਇਹ ਤੋਂ ਕੱਚੇ ਤੇਲ ਤੇ ਟੈਕਸਿਸ ਤੇ ਉਹ ਛੱਡਣ। ਬਿਲਕੁਲ। ਤੇ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਜਿਹੜਾ ਪ੍ਰੋਫਿਟ ਹੁੰਦਾ ਉਹ ਇੱਕ ਤਰ੍ਹਾਂ ਦਾ ਸਰਕਾਰ ਦਾ ਹੀ ਪ੍ਰੋਫਿਟ ਹੁੰਦਾ ਕਿ ਸਰਕਾਰ ਉਹਨਾਂ ਨੂੰ ਛੱਡੇ। ਭਾਵੇਂ ਕਿ ਸਰਕਾਰ ਨੇ ਪੈਟਰੋਲ ਡੀਜ਼ਲ ਨੂੰ ਡੀਰੈਗੂਲੇਟ ਕਰ ਦਿੱਤਾ ਹੈ ਕਿ ਸਰਕਾਰ ਦਾ ਇਹਦੇ 'ਚ ਦਖਲ ਕੋਈ ਨਹੀਂ ਹੁੰਦਾ। ਇਹ ਜਿਹੜਾ ਹੈ ਅੰਤਰਰਾਸ਼ਟਰੀ ਮਾਰਕੀਟ ਦੇ ਹਿਸਾਬ ਨਾਲ ਜਿਹੜਾ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣੀਆਂ, ਪਰ ਫਿਰ ਵੀ ਸਰਕਾਰ ਰੈਗੂਲੇਟ ਨੂੰ ਕਰਦੀ ਹੈ। ਇਹ ਗੱਲ ਮੰਨਣੇ ਵਾਲੀ ਹੈ ਕਿ ਸਰਕਾਰ ਟੈਕਸਿਸ ਦੇ ਰੂਪ 'ਚ ਇੰਨਾ ਪੈਸਾ ਲੈਂਦੀ ਹੈ। ਹੁਣ ਤੁਸੀਂ ਦੇਖੋ ਕਿ ਜੇ 100 ਰੁਪਏ ਪੈਟਰੋਲ ਡੀਜ਼ਲ ਹੈ ਦਾਵੜਾ ਜੀ, ਉਹਦੇ 'ਚ 50 ਰੁਪਏ ਉਹਦੀ ਕੀਮਤ ਹੈ, 50 ਰੁਪਏ ਜਿਹੜਾ ਹੈ ਪੂਰਾ ਟੈਕਸ ਹੈ, ਚਾਹੇ ਉਹ ਸਟੇਟਸ ਦਾ ਕਹਿ ਦਈਏ ਚਾਹੇ ਉਹ ਸੈਂਟਰ ਦਾ, ਮਿਲਾ ਕੇ 50% ਟੈਕਸਿਸ ਹੈ। ਬਿਲਕੁਲ। ਜਿਹੜਾ ਕਿ ਸਰਕਾਰ ਤੇ ਬੜੇ ਚਿਰ ਤੋਂ ਦਬਾਅ ਸੀ ਕਿ ਤੁਸੀਂ ਇਹਨੂੰ ਘਟਾਓ, ਕਿਉਂਕਿ 100 ਦਾ ਅੰਕੜਾ ਜਿਹੜਾ ਹੈ ਉਹ ਪੈਟਰੋਲ ਡੀਜ਼ਲ ਦੋਹੇ ਪਾਰ
ਕਰ ਚੁੱਕੇ। ਬਿਲਕੁਲ ਇੱਕ ਮਨੋਵਿਗਿਆਨਕ ਅੰਕੜਾ ਸੀ ਜਿਹੜਾ ਲੋਕ ਕਹਿੰਦੇ ਸੀ ਕਿ 100 ਪਾਰ ਹੋ ਚੁੱਕਿਆ। ਬਿਲਕੁਲ ਇਹਦੀ ਸਰਕਾਰ ਦੀ ਇਸ ਗੱਲ ਤੇ ਵੀ ਆਲੋਚਨਾ ਹੁੰਦੀ ਸੀ ਕਿ ਜਦੋਂ ਤੁਸੀਂ ਆਪੋਜੀਸ਼ਨ ਸੀ ਉਦੋਂ ਤੁਸੀਂ ਬੜੇ ਸਿਲੰਡਰ ਚੁੱਕ ਕੇ ਸਿਰਾਂ ਤੇ ਜਿਹੜਾ ਹੈ ਰੌਲਾ ਪਾਉਂਦੇ ਸੀ, ਹੁਣ ਤੁਸੀਂ ਕਿਉਂ ਨਹੀਂ ਪਾਉਂਦੇ? ਬਿਲਕੁਲ ਬਿਲਕੁਲ। ਇਹ ਉਸ ਦਿਨ ਜਿਸ ਦਿਨ 5 ਰੁਪਏ ਔਰ 10 ਰੁਪਏ ਇਹ ਪੈਟਰੋਲ ਡੀਜ਼ਲ ਦਾ ਰੇਟ ਘਟਾਇਆ ਗਿਆ, ਉਸੇ ਦਿਨ 266 ਰੁਪਏ ਜਿਹੜਾ ਕਮਰਸ਼ੀਅਲ ਸਿਲੰਡਰ ਹੈ 19 ਕਿਲੋ ਵਾਲਾ ਉਹਦਾ ਰੇਟ ਵਧਾਇਆ ਗਿਆ ਸੀਗਾ। ਮਤਲਬ ਉਹ ਚੀਜ਼ਾਂ ਤਾਂ ਕਿਤੇ ਨਾ ਕਿਤੇ ਬਰਾਬਰ ਹੋ ਜਾਂਦੀਆਂ, ਲੇਕਿਨ ਪੰਜਾਬ ਦੇ ਵਿੱਚ ਇੱਕ ਚੀਜ਼ ਹੋਰ ਲਾਗੂ ਹੁੰਦੀ ਹੈ ਵੀ ਪੰਜਾਬ ਪਹਿਲਾਂ ਹੀ ਵੈਟ ਜ਼ਿਆਦਾ ਹੈ ਚੰਡੀਗੜ੍ਹ ਨਾਲੋਂ, ਹਿਮਾਚਲ ਨਾਲੋਂ, ਔਰ ਜਿੰਨੇ ਵੀ ਚੰਡੀਗੜ੍ਹ ਦੇ ਨਜ਼ਦੀਕ ਮੋਹਾਲੀ ਹੈ ਜਾਂ ਪੰਜਾਬ ਦੇ ਹੋਰ ਏਰੀਏ ਹੈਗੇ, ਕੁਰਾਲੀ ਹੈਗਾ, ਜਾਂ ਹਿਮਾਚਲ ਦੇ ਬਾਰਡਰ ਦੇ ਨਾਲ ਪੈਣ ਵਾਲੇ ਸਾਡਾ ਏਰੀਆ ਜਿਸ ਤਰ੍ਹਾਂ ਸਾਰਾ ਹਿਮਾਚਲ ਦੇ ਨੰਗਲ ਤੋਂ ਲੈ ਕੇ ਇੱਧਰ ਰੋਪੜ ਤੱਕ ਪੈਂਦਾ ਹੈ, ਇਹ ਲੋਕ ਜਾ ਕੇ ਹਿਮਾਚਲ ਤੋਂ ਪਵਾ ਲੈਂਦੇ ਸੀ। ਸਾਡੇ ਤਾਂ ਪੈਟਰੋਲ ਪੰਪ ਵਾਲੇ ਜਿਹੜੇ ਹੈਗੇ ਆ ਉਹ ਬਿਲਕੁਲ ਸਮਝੋ ਬੰਦ ਕਰਨ ਦੇ ਕਗਾਰ ਤੇ ਪੁੱਜ ਗਏ ਸੀ। ਤਾਂ ਹੀ ਪੰਜਾਬ ਦੇ ਵਿੱਚ ਕੱਲ 7 ਤਰੀਕ ਤੋਂ ਜਿਹੜੇ ਹੈ ਉਹ ਪੈਟਰੋਲ ਪੰਪ ਮਾਲਕਾਂ ਨੇ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਪੈਟਰੋਲ ਪੰਪ ਜਿਹੜੇ ਆ ਖੋਲ੍ਹਣ ਦੀ ਗੱਲ ਕੀਤੀ ਹੈ। ਅਗਰ ਕਿਹਾ ਵੀ ਸਰਕਾਰ ਫੇਰ ਹੀ ਨਹੀਂ ਮੰਨਦੀ ਤਾਂ ਅਸੀਂ ਇਹਨਾਂ ਨੂੰ ਨਿਸ਼ਚਿਤ ਤੌਰ ਤੇ ਨਿਸ਼ਚਿਤ ਕਾਲ ਲਈ ਬੰਦ ਕਰ ਦਾਂਗੇ। ਤਾਂ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ ਹੈ, ਕਿਉਂਕਿ ਇਹਦੇ ਨਾਲ ਜਿੱਥੇ ਪੈਟਰੋਲ ਇੰਡਸਟਰੀ ਸਾਡੀ ਪੰਜਾਬ ਦੀ ਜਿਹੜੀ ਸੇਲ ਕਰਦੇ ਆ, ਟ੍ਰੇਡਿੰਗ ਕਰਦੇ ਆ, ਇਹ ਜਿਹੜੀ ਹੈ ਬਰਬਾਦ ਹੋ ਜਾਏਗੀ। ਉੱਥੇ ਹੀ ਪੰਜਾਬ ਦੇ ਵਿੱਚ ਹੋਰ ਚੀਜ਼ਾਂ ਵੀ ਬਰਬਾਦ ਹੋ ਜਾਣਗੀਆਂ। ਨਹੀਂ ਦੇਖੋ, ਜਿਹੜਾ ਸਰਕਾਰ ਜੀਐਸਟੀ ਦੇ ਦਾਇਰੇ 'ਚ ਜਿਹੜੀਆਂ ਹੈ ਜੀਐਸਟੀ ਰਜੀਮ ਲਾਗੂ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਲਗਭਗ ਜਿਹੜੀਆਂ ਹੈ ਉਹ ਜੀਐਸਟੀ ਦੇ ਅੰਡਰ ਕਵਰ ਹੋ ਗਈਆਂ, ਜਿਹਦੇ ਨਾਲ ਇੱਕ ਦੇਸ਼ ਤੇ ਇੱਕ ਮਾਰਕੀਟ ਦਾ ਕੰਸੈਪਟ ਹੈ ਜਿਹੜਾ ਹੈ ਉਹ ਪੂਰਾ ਹੋ ਚੁੱਕਿਆ। ਪਰ ਦੋ ਚੀਜ਼ਾਂ ਦਾ ਆਵੜਾ ਜੀ, ਇੱਕ ਸ਼ਰਾਬ ਤੇ ਇੱਕ ਪੈਟਰੋਲ ਡੀਜ਼ਲ, ਬਿਲਕੁਲ ਜਿਹੜਾ ਇਸ ਵੇਲੇ ਸਟੇਟਾਂ ਦੇ ਅਧਿਕਾਰ ਖੇਤਰ 'ਚ ਉਸ ਕਰਕੇ ਰੱਖਿਆ ਗਿਆ ਕਿ ਸਟੇਟਾਂ ਕੋਲ ਆਪਣਾ ਰੈਵਨਿਊ ਜਨਰੇਟ ਕਰਨ ਦਾ, ਆਪਣਾ ਰੈਵਨਿਊ ਸੋਰਸਸ ਜਿਹੜੇ ਹੈ ਉਹ ਰੱਖਣ ਵਾਸਤੇ ਇਹ ਦੋ ਚੀਜ਼ਾਂ ਰੱਖੀਆਂ ਗਈਆਂ ਕਿ ਤੁਸੀਂ ਸ਼ਰਾਬ ਤੇ ਵੀ ਟੈਕਸ ਲਾ ਸਕਦੇ ਹੋ ਤੇ ਪੈਟਰੋਲ ਡੀਜ਼ਲ ਤੇ ਵੀ। ਪਰ ਇਹਦੇ ਨਾਲ ਜਿੱਦਾਂ ਤੁਸੀਂ ਕਿਹਾ ਨੁਕਸਾਨ ਇਹ ਹੁੰਦਾ ਕਿ ਜਦੋਂ ਡਿਫਰੈਂਸ ਜ਼ਿਆਦਾ ਹੁੰਦਾ ਹੈ ਬਾਰਡਰ ਸਟੇਟਸ ਤਾਂ ਉੱਥੋਂ ਸਮਗਲਿੰਗ ਸ਼ੁਰੂ ਹੋ ਜਾਂਦੀ ਹੈ। ਚਾਹੇ ਸ਼ਰਾਬ ਦੀ ਗੱਲ ਕਰ ਲਈਏ, ਚੰਡੀਗੜ੍ਹ ਵਿੱਚ ਦੇਖਿਆ ਸ਼ਰਾਬ ਸਸਤੀ ਹੈ ਤਾਂ ਉੱਥੋਂ ਜਿਹੜੀ ਹੈ ਪੰਜਾਬ 'ਚ ਸਮਗਲਿੰਗ ਹੁੰਦੀ ਹੈ। ਪੈਟਰੋਲ ਡੀਜ਼ਲ ਦਾ ਵੀ ਇੱਦਾਂ ਹੀ ਹੈ ਕਿ ਜਦੋਂ ਤੁਹਾਨੂੰ ਕਿਤੋਂ ਸਸਤਾ ਮਿਲਦਾ ਹੈ ਤਾਂ ਨੈਚੁਰਲੀ ਉਹ ਇਨਸੈਂਟਿਵ ਹੁੰਦਾ ਹੈ ਕਿ ਤੁਸੀਂ ਉੱਧਰੋਂ ਲੈ ਕੇ ਆ ਕੇ ਇੱਧਰ ਵੇਚੋ, ਵੇਚਣ ਦਾ ਵੀ ਹੁੰਦਾ ਤੇ ਭਰਵਾ ਕੇ ਲੈ ਕੇ ਆਉਣ ਦਾ ਵੀ ਹੁੰਦਾ। ਇਹਦੇ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹੜੇ ਪੈਰੀਫੈਰੀ 'ਚ ਪੰਜਾਬ ਦੇ ਬਾਰਡਰਸ 'ਚ ਪੈਟਰੋਲ ਪੰਪ, ਰਿਟੇਲ ਓਨਰਸ ਹੈ, ਉਹਨਾਂ ਨੂੰ ਨੁਕਸਾਨ ਜਿਹੜਾ ਹੈ ਉਹ ਝੱਲਣਾ ਪੈਂਦਾ, ਕਿਉਂਕਿ ਲੋਕ ਜਿਹੜੇ ਆ ਕਹਿੰਦੇ ਅਸੀਂ 2 ਕਿਲੋਮੀਟਰ ਹੋਰ ਜਾ ਕੇ ਯਾਰ ਇੱਕ ਟੈਂਕੀ ਭਰਵਾ ਲਈਏ ਤਾਂ ਸਾਡਾ 1000 ਰੁਪਇਆ ਬਚ ਜਾਂਦਾ। ਸੋ ਉਹ ਇੱਕ ਨੁਕਸਾਨ ਹੁੰਦਾ ਹੈ, ਜਿਹਦੇ ਵਾਸਤੇ ਇਹ ਸਰਕਾਰਾਂ ਨੂੰ, ਸਟੇਟਸ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਕਿ ਡਿਫਰੈਂਸ ਇੰਨਾ ਨਾ ਹੋਵੇ ਕਿ ਇੱਕ ਬੰਦੇ ਨੂੰ ਉਹ ਲਾਹੇਵੰਦ ਲੱਗੇ ਕਿ ਅਸੀਂ ਉੱਧਰੋਂ ਭਰਵਾ ਕੇ ਇੱਧਰ ਲਿਆ ਕੇ ਵੇਚੀਏ ਜਾਂ ਭਰਵਾ ਕੇ ਲੈ ਕੇ ਆਈਏ। तो जीएसटी ਰਜੀਮ ਚ ਆਉਣ ਨਾਲ ਜਿਹੜਾ ਹੈ ਇਹ ਸ਼ਾਇਦ ਹੱਲ ਹੋ ਜਾਵੇ। ਤੁਸੀਂ ਤਾਂ ਆਪ ਇਸ ਉਹਦੇ ਵਿੱਚ ਆਉਂਦੇ ਹੋ ਕਿਉਂਕਿ ਤੁਹਾਡਾ ਆਪਣਾ ਚੱਲਦਾ ਫਿਰਦਾ ਪੈਟਰੋਲ ਪੰਪ ਹੈਗਾ, ਤੇ ਮਤਲਬ ਇਹ ਚੀਜ਼ਾਂ ਜਿਹੜੀਆਂ ਹੈ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ, ਹੱਲ ਹੋਣੀਆਂ ਚਾਹੀਦੀਆਂ, ਤਾਂ ਕਿਤੇ ਨਾ ਕਿਤੇ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਦਾ ਜਿਹੜੇ ਪੈਟਰੋਲ ਪੰਪ ਡੀਲਰਸ ਨੇ, ਪੈਟਰੋਲ ਡੀਲਰਸ ਨੇ, ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਦੋਸਤੋ ਹੁਣ ਇੱਕ ਖਬਰ ਲੈਂਦੇ ਆ ਜਿਹੜੀ ਜੁੜੀ ਹੋਈ ਹੈ ਸਿਆਸਤ ਦੇ ਨਾਲ, ਜਿਸ ਨੇ ਕਾਂਗਰਸ ਨੂੰ ਥੋੜੀ ਜਿਹੀ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਜਾਨ ਫੂਕੀ ਹੈ। ਜਿਹੜੀ ਕਾਂਗਰਸ ਸੋਚ ਰਹੀ ਸੀ ਵੀ, ਜਾਂ ਲੋਕ ਸੋਚ ਰਹੇ ਸੀ ਵੀ ਕਾਂਗਰਸ ਹੁਣ ਸੱਤਾ ਦੇ ਵਿੱਚ ਨਹੀਂ ਆ ਸਕਦੀ ਹੈ ਜਾਂ ਉਹ ਮੁਕਾਬਲੇ ਵਿੱਚ ਨਹੀਂ ਹੈ, ਤਾਂ ਜਿਹੜੀਆਂ ਬਾਈ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਰਿਜ਼ਲਟਸ ਨੇ ਕੁਝ ਇਹੋ ਜਿਹੀ ਹਵਾਲੇ ਦੱਸੀ ਹੈ ਜਿਸ ਦੇ ਨਾਲ ਕਾਂਗਰਸ ਦੇ ਵਿੱਚ ਇੱਕ ਨਵੀਂ ਚਿੰਗਾਰੀ ਲੱਗੀ ਹੈ, ਨਵੀਂ ਰੂਹ ਉਹਨਾਂ ਨੂੰ ਵਿੱਚ ਫੂਕ ਦਿੱਤੀ ਗਈ ਹੈ। ਉਹ ਖਾਸ ਕਰਕੇ ਜਦੋਂ ਅਸੀਂ ਗੱਲ ਕਰਾਂਗੇ ਉੱਤਰੀ ਭਾਰਤ ਦੀ, ਤਾਂ ਉੱਤਰੀ ਭਾਰਤ ਦੇ ਵਿੱਚ ਹੋਈਆਂ ਹਿਮਾਚਲ ਪ੍ਰਦੇਸ਼ ਤੇ ਹਰਿਆਣੇ ਦੀਆਂ ਚੋਣਾਂ ਦੀ ਗੱਲ ਜ਼ਰੂਰ ਕਰਾਂਗੇ, ਕਿਉਂਕਿ ਇੱਥੇ ਦੋਨਾਂ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਹੋਣ ਦੇ ਨਾਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ 3 ਭਾਰਤੀ ਜਨਤਾ ਪਾਰਟੀ ਤੇ 1 ਲੋਕ ਸਭਾ ਸੀਟ ਦੇ ਉੱਤੇ, 3 ਵਿਧਾਨ ਸਭਾ ਤੇ 1 ਲੋਕ ਸਭਾ ਸੀਟ ਦੇ ਉੱਤੇ ਚੋਣਾਂ ਹੋਈਆਂ ਸੀ, ਉਹ ਚਾਰੋਂ ਸੀਟਾਂ ਲੋਕ ਸਭਾ ਤੇ 3 ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਤੇ ਇਸੇ ਤਰ੍ਹਾਂ ਹਰਿਆਣੇ ਦੀ ਸੀਟ ਦੇ ਉੱਤੇ ਵੀ ਅਬੇ ਚੌਟਾਲਾ ਜਿਹੜੇ ਹੈ ਉਹ ਜਿੱਤ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਮਾਤ ਦੇ ਕੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਹਿਮਾਚਲ ਦੀ ਗੱਲ ਕਰਾਂਗਾ, ਕਿਉਂਕਿ ਉਹ ਇੱਕੋ ਸੀਟ ਸੀਗੀ ਹਰਿਆਣੇ ਦੀ, ਅਸੀਂ ਉਹਦੀ ਗੱਲ ਨੂੰ ਬਾਅਦ ਚੋਂ ਕਰਾਂਗੇ, ਲੇਕਿਨ ਮੈਂ ਗੱਲ ਕਰਦਾ ਤੁਹਾਡੇ ਨਾਲ ਹਿਮਾਚਲ ਦੀ। ਹਿਮਾਚਲ ਦੇ ਵਿੱਚ 3 ਵਿਧਾਨ ਸਭਾ ਸੀਟਾਂ ਤੇ 1 ਮੰਡੀ ਲੋਕ ਸਭਾ ਸੀਟ ਦੇ ਉੱਤੇ ਕਾਂਗਰਸ ਦੀ ਜਿੱਤ। ਕਾਂਗਰਸ ਦੀ ਜਿੱਤ ਤਾਂ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਇੱਕ ਜਿਹੜੀ ਸ਼ਿਮਲਾ ਕੰਸਟੀਚੁਐਂਸੀ ਦੇ ਵਿੱਚ ਇੱਕ ਸੀਟ ਸੀਗੀ ਜਿਸ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਸਿਰਫ 2600 ਵੋਟਾਂ ਪਈਆਂ ਕਿਹਾ ਜਾਂਦਾ, ਤੇ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਭਾਵ ਟੋਟਲ 55000 ਦੇ ਕਰੀਬ ਉੱਥੇ ਵੋਟਾਂ ਸੀਗੀਆਂ, ਜਿਸ ਦੇ ਵਿੱਚ 26000 ਉਹਨਾਂ ਨੂੰ ਵੋਟਾਂ ਪਈਆਂ। ਵੀ ਇੱਕ ਸਟੇਟ ਦੇ ਵਿੱਚ ਸੱਤਾ ਦੇ ਵਿੱਚ ਸਰਕਾਰ ਚਲਾਉਂਦਿਆਂ ਹੋਇਆ ਬੀਜੇਪੀ ਦੀ ਅਜਿਹੀ ਹਾਲਤ ਕਿਤੇ ਨਾ ਕਿਤੇ ਇਹ ਸਿਆਸਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਦਾ ਸੰਕੇਤ ਦੇ ਰਹੀ ਹੈ।
ਦੇਖੋ ਬਦਲ ਤਾਂ ਹਿਮਾਚਲ ਇੱਕ ਇਦਾਂ ਦੀ ਸਟੇਟ ਹੈ ਦਾਵੜਾ ਜੀ ਜਿਹਨੇ ਅੱਜ ਤੱਕ ਜਿਹੜਾ ਹੈ ਉਹ ਹਮੇਸ਼ਾ ਇੱਕ ਸਰਕਾਰ ਜਦੋਂ ਆਉਂਦੀ ਹੈ ਦੂਜੀ ਵਾਰ ਦੂਜੀ ਸਰਕਾਰ ਆਉਂਦੀ ਹੈ, ਇਹ ਬਦਲ ਦੀ ਉੱਥੇ ਜਿਹੜੀ ਹੈ ਅਪਸ ਐਂਡ ਡਾਊਨ ਜਿਹੜਾ ਹੈ ਉਹ ਚੱਲਦਾ ਰਹਿੰਦਾ। ਬਿਲਕੁਲ। ਬਾਈ ਇਲੈਕਸ਼ਨਾਂ ਦਾ ਹਮੇਸ਼ਾ ਇਹ ਸਿਆਸੀ ਪੰਡਤ ਕਹਿੰਦੇ ਆ ਕਿ ਜੇ ਤਾਂ ਤੁਹਾਡੀ ਸਰਕਾਰ ਬਣਨ ਦੇ 2-2.5 ਸਾਲ ਦੇ ਅੰਦਰ ਬਾਈ ਇਲੈਕਸ਼ਨ ਹੋਵੇ, ਉਹ ਹਮੇਸ਼ਾ ਬਾਈ ਇਲੈਕਸ਼ਨ ਉਹ ਸਰਕਾਰ ਜਿੱਤਦੀ ਹੈ ਜੀ, ਕਿ ਜਿਹਦੀ ਪਾਰਟੀ ਦੀ ਜਿਸ ਪਾਰਟੀ ਦੀ ਗਵਰਨਮੈਂਟ ਹੁੰਦੀ ਹੈ ਉਸ ਪਾਰਟੀ ਦਾ ਕੈਂਡੀਡੇਟ ਜਿੱਤ ਜਾਂਦਾ ਹੈ, ਕਿਉਂਕਿ ਲੋਕਾਂ ਨੂੰ ਆਸ ਹੁੰਦੀ ਹੈ ਕਿ ਜਿਹਦੀ ਸਰਕਾਰ ਹੈ ਉਹਦਾ ਕੈਂਡੀਡੇਟ ਜਿਤਾ ਦਿਓ, ਸਾਡੇ ਕੰਮ ਧੰਦੇ ਜਿਹੜੇ ਆ ਚੱਲਦੇ ਰਹਿਣ, ਸਾਡਾ ਵਿਕਾਸ ਹੁੰਦਾ ਰਹੇ। ਤੇ ਇਸ ਕਰਕੇ ਜਿਹੜਾ ਹੈ ਬਾਈ ਇਲੈਕਸ਼ਨ ਹਮੇਸ਼ਾ ਉਹ ਜਿਹੜੀ ਇਨਕੰਬੈਂਟ ਪਾਰਟੀ ਹੁੰਦੀ ਉਹ ਜਿੱਤਦੀ ਹੈ। ਪਰ ਜੇ 3 ਸਾਲ ਤੇ ਬਾਅਦ ਇਲੈਕਸ਼ਨ ਹੋਵੇ ਤੇ ਉਹਦੇ 'ਚ ਫਿਰ ਇਹ ਆਉਣ ਵਾਲੇ ਸਮੇਂ ਦਾ ਸੰਕੇਤ ਹੁੰਦਾ ਹੈ ਕਿ ਜੇ 3 ਸਾਲ ਤੇ ਬਾਅਦ ਇਲੈਕਸ਼ਨ 'ਚ ਆਪੋਜੀਸ਼ਨ ਜਿੱਤਦੀ ਹੈ ਤਾਂ ਇਹਦਾ ਮਤਲਬ ਹੈ ਕਿ ਲੋਕ ਪ੍ਰੈਜ਼ੈਂਟ ਗਵਰਨਮੈਂਟ ਤੋਂ ਉਸ ਰਜੀਮ ਤੋਂ ਖੁਸ਼ ਨਹੀਂ ਹੈ। ਬਿਲਕੁਲ। ਤੇ ਹਿਮਾਚਲ 'ਚ ਵੀ ਇਸ ਚੀਜ਼ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਵੇਲੇ ਹਿਮਾਚਲ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਲੋਕ ਜਿਹੜੇ ਹੈ ਉਹ ਮੂੰਹ ਮੋੜ ਰਹੇ ਆ। ਬਿਲਕੁਲ। ਭਾਵੇਂ ਕਿ ਕੇਂਦਰ 'ਚ ਤੁਸੀਂ ਦੇਖੋ ਕਿ ਨਰਿੰਦਰ ਮੋਦੀ ਦੀ ਸਰਕਾਰ ਹੈ ਤੇ ਐਮਪੀ ਦਾ ਇਲੈਕਸ਼ਨ ਹੈ, ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ। ਬਿਲਕੁਲ। ਵੀਰਭੱਦਰ ਸਿੰਘ ਦਾ ਅਸਰ ਸੂ ਕਹਿ ਲਓ, ਪ੍ਰਤਿਭਾ ਸਿੰਘ ਜਿੱਤੇ। ਬਿਲਕੁਲ। ਕਿ ਉਹ ਹੈ ਸੀਗਾ, ਪਰ ਫਿਰ ਵੀ ਇਹ ਜਿੱਦਾਂ ਤੁਸੀਂ ਕਿਹਾ ਖਤਰੇ ਦੀ ਘੰਟੀ ਭਾਰਤੀ ਜਨਤਾ ਪਾਰਟੀ ਦੀ ਹੈ ਤੇ ਹੋਰ ਜਿਹੜਾ ਹੈ 1.5 ਸਾਲ ਨੂੰ ਉੱਥੇ ਇਲੈਕਸ਼ਨ ਹੋਣੇ ਆ ਹਿਮਾਚਲ 'ਚ। ਤੇ ਭਾਵੇਂ ਕਿ ਜਿਹੜੀ ਇਨਕੰਬੈਂਟ ਪਾਰਟੀ ਉਹ ਕਹਿੰਦੀ ਹੁੰਦੀ ਕਿ ਟਿਕਟਾਂ ਦੀ ਵੰਡ ਠੀਕ ਨਹੀਂ ਜੀ ਹੋਈ, ਸਾਡੇ ਆਪਸੀ ਜਿਹੜੇ ਹੈ ਫੁੱਟ ਸੀ, ਮੈਨੂੰ ਇਸ ਆਪਣੇ ਹੀ ਪਾਰਟੀ ਦੇ ਕੈਂਡੀਡੇਟਾਂ ਨੇ ਹਰਾਇਆ, ਪਰ ਉਹ ਗੱਲਾਂ ਸਿਰਫ ਇੱਕ ਜਿਹੜੀਆਂ ਹੈ ਐਕਸਕਿਊਜ਼ਸ ਹੁੰਦੀਆਂ। ਇਹ ਤੁਹਾਡੀ ਗੱਲ ਠੀਕ ਹੈ ਕਿ ਇਹ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਲਈ ਖਤਰੇ ਦੀ ਘੰਟੀ ਹੈ, ਖਾਸ ਕਰਕੇ ਜੇ ਅਸੀਂ ਹਿਮਾਚਲ ਦੀ ਗੱਲ ਕਰੀਏ। ਹਰਿਆਣੇ ਦੇ ਵਿੱਚ ਵੀ ਚੌਟਾਲਾ ਜੀ ਦੀ ਜਿੱਤ ਹੋਈ ਹੈ, ਦੂਸਰੇ ਪਾਸੇ ਹਿਮਾਚਲ ਜੀ। ਕਿਤੇ ਨਾ ਕਿਤੇ ਤੁਸੀਂ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖ ਸਕਦੇ ਹੋ ਵੀ ਕਿਸਾਨੀ ਅੰਦੋਲਨ ਦਾ ਇਹਨਾਂ ਸਟੇਟਾਂ ਦੇ ਵਿੱਚ ਅਸਰ ਹੋਇਆ ਹੈ, ਕਿਉਂਕਿ ਬੇਸਿਕਲੀ ਤਾਂ ਲੋਕ ਕਿਸਾਨੀ ਨਾਲ ਜੁੜੇ ਹੋਏ ਆ ਤੇ ਉਹ ਕਿਉਂਕਿ ਦੋਨੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੇ ਭਾਰਤੀ ਜਨਤਾ ਪਾਰਟੀ ਤੋਂ ਖਫਾ ਨੇ ਲੋਕ, ਇਸ ਲਈ ਵੀ ਤੁਸੀਂ ਸਮਝਦੇ ਹੋ ਵੀ ਇਹ ਜਿਹੜੀ ਜਿੱਤ ਹੋਈ ਹੈ ਇਹ ਕਿਸਾਨ ਅੰਦੋਲਨ ਕਰਕੇ ਵੀ ਜਿਹੜੀ ਹੈ ਆਪੋਜੀਸ਼ਨ ਦੀ ਜਿੱਤ ਹੋਈ ਹੈ। ਹਿਮਾਚਲ ਦਾ ਜਿੱਦਾਂ ਜਿਹੜੀ ਅਸੀਂ ਪਹਿਲਾਂ ਡਿਸਕਸ ਕੀਤੀ, ਹਿਮਾਚਲ ਦਾ ਕਿਸਾਨੀ ਅੰਦੋਲਨ 'ਚ ਹਿਮਾਚਲ ਦਾ ਇੰਨਾ ਪ੍ਰਭਾਵ ਨਹੀਂ ਹੈ, ਪਰ ਆਹ ਜਿਹੜੀ ਖਿੱਤਾ ਹੈ ਜਿਹੜਾ ਪੱਛਮੀ ਯੂਪੀ ਹੈ, ਇੱਧਰ ਹਰਿਆਣਾ ਹੈ, ਪੰਜਾਬ ਹੈ, ਥੋੜਾ ਜਿਹਾ ਰਾਜਸਥਾਨ ਹੈ, ਇਹਦੇ 'ਚ ਕਿਸਾਨੀ ਅੰਦੋਲਨ ਦਾ ਪ੍ਰਭਾਵ ਬੇਸ਼ੱਕ ਬਹੁਤ ਜ਼ਿਆਦਾ ਹੈ ਤੇ ਲੋਕ ਤੁਹਾਨੂੰ ਪਤਾ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ 3 ਕਾਨੂੰਨਾਂ ਕਰਕੇ ਖਫਾ ਹੈ। ਸੋ ਜੇ ਅਬੇ ਚੌਟਾਲਾ ਦੁਬਾਰਾ ਜਿੱਤਦੇ ਆ, ਭਾਵੇਂ ਕਿ ਉਹਨਾਂ ਨੇ ਅਸਤੀਫਾ ਪਹਿਲਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਹੀ ਦਿੱਤਾ ਸੀ ਕਿ ਮੈਂ ਕਿਉਂਕਿ ਕੇਂਦਰ ਸਰਕਾਰ ਉਹਨਾਂ ਦੇ ਦਬਾਅ ਸੀ ਲੋਕਾਂ ਦਾ ਕਿ ਤੁਸੀਂ ਅਸਤੀਫਾ ਦਿਓ, ਉਹਨਾਂ ਨੇ ਅਸਤੀਫਾ ਦੇ ਦਿੱਤਾ, ਹੁਣ ਫਿਰ ਜਿੱਤ ਕੇ ਆ ਗਏ। ਉਹ ਗੱਲ ਦੀ ਮੈਨੂੰ ਤੁਕ ਸਮਝ ਨਹੀਂ ਆਉਂਦੀ ਕਿ ਪਹਿਲਾਂ ਤੁਸੀਂ ਅਸਤੀਫਾ ਦੇ ਦਿਓ ਫਿਰ ਤੁਸੀਂ ਫਿਰ ਜਿੱਤ ਜਾਓ, ਤੇ ਹੁਣ ਜੇ ਦਬਾਅ ਫਿਰ ਅਸਤੀਫਾ ਦੇਣ। ਪਰ ਕਿਸਾਨੀ ਅੰਦੋਲਨ ਦਾ ਪ੍ਰਭਾਵ ਹੈ ਰਾਜਸਥਾਨ ਦੀ ਸੀਟ ਤੇ ਵੀ, ਇੱਥੇ ਐਲਾਨਾਬਾਦ ਦੀ ਸੀਟ ਤੇ ਵੀ, ਤੇ ਭਾਵੇਂ ਕਿ ਬੀਜੇਪੀ ਲਈ ਜੇ ਆਲ ਓਵਰ ਅਸੀਂ ਦੇਖਿਆ ਜਾਵੇ ਉਹ ਰਲੇ ਮਿਲੇ ਜੇ ਸੰਕੇਤ ਹੈ। ਜਿਹਦਾ ਅਸੀਂ ਪਹਿਲੀ ਗੱਲ ਕੀਤੀ, ਮਹਿੰਗਾਈ ਦਾ ਵੀ ਇੱਕ ਯੋਗਦਾਨ ਹੋ ਸਕਦਾ ਇਹਦੇ 'ਚ ਕਿ ਲੋਕ ਥੋੜਾ ਮਹਿੰਗਾਈ ਤੇ ਵੀ ਤਰਸਦਾ ਹੈ, ਖਾਸ ਕਰਕੇ ਜਿਹੜਾ ਹੈ ਆਮ ਵਰਗ ਜਿਹੜਾ ਸਵੇਰ ਨੂੰ ਨੌਕਰੀ ਧੰਦੇ ਤੇ ਜਾਂਦਾ, ਜਿਹਦਾ ਪਹਿਲਾਂ 200 ਦੇ ਪੈਟਰੋਲ ਨਾਲ ਸਰਦਾ ਸੀ, ਹੁਣ 100 ਦੇ ਨਾਲ ਸਰਨ ਲੱਗ ਪਿਆ। ਤੇ ਰਸੋਈ 'ਚ ਜਿਹੜੀਆਂ ਸਾਡੀਆਂ ਬੀਬੀਆਂ ਉਹ ਵੀ ਸ਼ਾਇਦ ਪਰੇਸ਼ਾਨ ਹੋਣ। ਮਹਿੰਗਾਈ ਦਾ ਵੀ ਇੱਕ ਜਿਹੜਾ ਹੈ ਇਹਦੇ 'ਚ ਹੈ ਥੋੜਾ ਜਿਹਾ ਯੋਗਦਾਨ। ਲੇਕਿਨ ਆਉਣ ਵਾਲਾ ਸਮਾਂ ਕਿਤੇ ਨਾ ਕਿਤੇ ਸਮਝਦੇ ਹੋ ਵੀ ਇਹ ਚੀਜ਼ਾਂ ਜੇ ਇਹਨਾਂ ਦੇ ਉੱਤੇ ਕੰਟਰੋਲ ਨਾ ਕੀਤਾ ਗਿਆ ਤਾਂ ਹਲੇ ਬਹੁਤ ਸਮਾਂ ਹੈ ਭਾਰਤੀ ਜਨਤਾ ਪਾਰਟੀ ਕੋਲ ਕਿ ਉਹ ਜਿਹੜਾ ਹੈ ਸੋਚ ਸਕਦੇ ਹੈ ਕਿ ਅਸੀਂ ਕਿੱਦਾਂ ਕਰਨਾ ਹੈ, ਕੀ ਕਰਨਾ। ਜਿੱਦਾਂ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਰਿੰਦਰ ਮੋਦੀ ਰਹੇ ਜਾਂ ਨਹੀਂ, ਭਾਰਤੀ ਜਨਤਾ ਪਾਰਟੀ ਹਲੇ ਬਹੁਤ ਚਿਰ ਰਾਜ ਕਰਨ ਵਾਲੀ ਹੈ, ਚਾਹੇ ਜਿੱਤੇ ਚਾਹੇ ਹਾਰੇ। ਜਿਹਦੇ ਕੋਲ 30% ਵੋਟ ਬੈਂਕ ਹੈ ਉਹਨੂੰ ਤੁਸੀਂ ਇੱਦਾਂ ਇਗਨੋਰ ਨਹੀਂ ਕਰ ਸਕਦੇ। ਤੇ ਕਾਂਗਰਸ ਜੇ ਇਹ ਕਹਿੰਦੀ ਹੈ ਕਿ ਬਾਈ ਡਿਫਾਲਟ ਸਮਾਂ ਪਾ ਕੇ ਉਹਨੇ ਆ ਜਾਣਾ, ਇੱਦਾਂ ਨਹੀਂ ਆਣਾ, ਉਹਨਾਂ ਨੂੰ ਮਿਹਨਤ ਕਰਨੀ ਪੈਣੀ ਹੈ, ਇਸ਼ੂਜ਼ ਰੇਜ਼ ਕਰਨੀ ਪੈਣੀ ਹੈ ਔਰ ਕ੍ਰੀਏਟਿਵਲੀ ਕਰਨੀ ਪੈਣੀ ਹੈ। ਸੋ ਦੋਸਤੋ ਇਹ ਸਨ ਪਿਛਲੇ ਹਫਤੇ ਦੀਆਂ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਸਨ, ਲੇਕਿਨ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਹੋਰ ਖਬਰਾਂ ਨੂੰ ਅਸੀਂ ਰਾਣਾ ਜੀ ਨਾਲ ਚਰਚਾ ਦੇ ਵਿੱਚ ਸ਼ਾਮਿਲ ਕਰ ਸਕੀਏ। ਲੇਕਿਨ ਇਹ ਅੱਜ ਦੀਆਂ ਖਬਰਾਂ ਕੁਝ ਕੁ ਲਈਆਂ ਸੀ ਜਿਹੜੀਆਂ ਅੱਜ ਇਸ ਹੈਡਲਾਈਨਸ ਬਣੀਆਂ ਸਨ, ਉਹਨਾਂ ਤੇ ਅਸੀਂ ਚਰਚਾ ਕੀਤੀ ਹੈ। ਰਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਦੇਖਦੇ ਹੋ। ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ ਤੇ SDTV ਪ੍ਰਾਈਮ ਨੂੰ ਸਬਸਕ੍ਰਾਈਬ ਕਰਨਾ, ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿ ਸਕਣ। ਫਿਲਹਾਲ ਸ਼ਮੀ ਡਾਵਰਾ ਤੇ ਰਾਣਾ ਬਹਾਦਰ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।